ਸਤਨਾਮ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੈ ਦਿਓਹਾੜੀ ਸਦਵਾਰ। ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ। ਹਰਖ ਸੋਗ ਦਾਜੈ ਨਹੀਂ ਤਬ ਹਰਿ ਆਪ ਆਪ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ। ਅਵਰ ਨ ਕੁੰਜੀ ਹੱਥ ਮਹਿਮਾ ਕਹੀ ਨ ਜਾਏ। ਗੁਰ ਸਮਰਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ। ਅਪਰੰਪਰ ਅਲਖ ਅਭੇਵ। ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ। ਮਾਨਸ ਕੀ ਗਤਿ ਹੀ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਨਸਾ ਕਰ ਸਿਮਰੰਤ ਤੁਜੈ ਨਰ। ਕਾਮ ਕ੍ਰੋਧ ਮਿਟਿਓ ਜੋ ਤਿਣੰ। ਮਨਸਾ ਕਰ ਸਿਮਰੰਤ ਤੁਜੈ ਨਰ। ਕਾਮ ਕ੍ਰੋਧ ਮਿਟਿਓ ਜੋ ਤਿਣੰ। ਬਾਚਾ ਕਰ ਸਿਮਰੰਤ ਤੁਜੈ ਤਿਨ। ਦੁਖ ਦਰਿਦਰ ਮਿਟਿਓ ਜੋ ਖਿਣੰ। ਕਰਮ ਕਰ ਤੋ ਦਰਸ ਪਰਸ ਪਾਰਸ। ਸਰ ਬਲ ਪਟ ਜਸ ਗਾਇਓ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹੇ। ਤੈ ਹਰ ਪਰਮ ਪਦ ਪਾਇਓ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹੇ। ਤੈ ਹਰ ਪਰਮ ਪਦ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ
ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਸੁਭਾਗ ਭਰਿਆ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਅਤੇ ਪ੍ਰਤੀਤ ਧਾਰਨ ਕਰਕੇ ਸਤਿਗੁਰੂ ਦੀ ਪਰਮ ਬਖਸ਼ਿਸ਼ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਉੱਤਮ ਕਰਮਯੋਗੀ ਹੋ। ਸਤਿਗੁਰੂ ਕੀ ਬਾਣੀ ਦਾ ਸਿਧਾਂਤ ਹੈ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਕਿ ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਅੰਦਰ ਬਾਣੀ ਦੀ ਵਿਚਾਰ ਸਫੁਰ ਹੁੰਦੀ ਹੈ, ਜਿਹੜੇ ਵਿਵੇਕ ਬੁੱਧ ਦੇ ਸਦਕਾ ਪ੍ਰੀਤ ਭਰੀ ਭਾਵਨਾ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਨੂੰ ਦ੍ਰਿੜ ਕਰਦੇ ਹਨ, ਹਿਰਦੇ ਅੰਦਰ ਵਸਾਉਂਦੇ ਹਨ। ਗੁਰੂ ਦੇ ਸ਼ਬਦ ਦੀ ਵਿਚਾਰ ਉਹਨਾਂ ਨੂੰ ਗੁਰਮੁਖ ਰੂਪ ਦੇ ਵਿੱਚ ਉਹਨਾਂ ਦੇ ਜੀਵਨ ਦੀ ਘਾੜਤ ਕੱਢ ਦਿੰਦੀ ਹੈ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਟ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਅੰਤਰਗਤ ਸਵਈਏ ਮਹੱਲੇ ਚੌਥੇ ਕੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨਸਾ ਕਰ ਸਿਮਰੰਤ ਤੁਜੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣੰ। ਭੱਟ ਸਾਹਿਬਾਨ ਜੀ, ਭੱਟ ਬਲ ਜੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਅਗੰਮ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਨੂੰ ਤੱਕਦਿਆਂ ਹੋਇਆਂ ਗੁਰੂ ਕੀ ਅਕਥ ਕਥਾ ਦਾ ਜ਼ਿਕਰ ਕਰਦਿਆਂ ਬਖਸ਼ਿਸ਼ ਕਰਦੇ ਸਨ। ਇਸ ਤੋਂ ਆਰੰਭ ਵਿੱਚ ਬਖਸ਼ਿਸ਼ ਕੀਤੀ ਸੀ ਕਿ ਕਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਕਾਲ ਪੁਰਖ ਸਿਮਰਨ ਦੀ ਆਰਾਧਨਾ ਕਰਕੇ ਗੁਰੂ ਅੰਗਦ ਰੂਪ ਦੇ ਵਿੱਚ ਪ੍ਰਕਾਸ਼ ਕੀਤਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸ਼ਬਦ ਦੀ ਵਡਿਆਈ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੌਂਪੀ ਅਤੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਹਰੀ ਪਰਮੇਸ਼ਰ ਦੇ ਪਰਮ ਸਿੰਘਾਸਣ ਦੀ ਅਧਿਆਤਮਕ ਰਾਜ ਦੀ ਰਾਜਯੋਗ ਦੀ ਪ੍ਰਾਪਤੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੁਬਾਰਕ ਰੂਪ ਦੇ ਵਿੱਚ ਮਿਲੀ ਅਤੇ ਸਾਰੇ ਜਗਤ ਦੇ ਵਿੱਚ ਪਰਲੋਕ ਦੇ ਵਿੱਚ ਤਿੰਨਾਂ ਲੋਕਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਭਗਤੀ ਸਰੂਪ ਦੀ ਪਰਮ ਪਦ ਸਰੂਪ ਦੀ ਜੈ ਜੈਕਾਰ ਹੋਰ ਇਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਜੋ ਪੂਰਬਲੇ ਭਗਤ ਹਨ, ਜਿਸ ਪਰਮੇਸ਼ਰ ਦੇ ਸਰੂਪ ਦਾ ਧਿਆਨ ਕਰਕੇ, ਜਿਸ ਪਰਮੇਸ਼ਰ ਦੇ ਨਾਮ ਨੂੰ ਆਰਾਧ ਕੇ ਕਿਰਪਾ ਦੇ ਪਾਤਰ ਬਣੇ ਹਨ, ਉਹੀ ਨਾਮ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਹੋਇਆ ਹੈ। ਮਨਸਾ ਕਰ ਸਿਮਰੰਤ ਤੁਜੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣੰ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਦਾ। ਮਨਸਾ ਕਰ ਸਿਮਰੰਤ ਤੁਜੈ ਨਰ, ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਜੋ ਸਾਧਕ, ਜੋ ਗੁਰਸਿੱਖ ਆਪ ਜੀ ਨੂੰ ਮਨ ਕਰਕੇ ਸਿਮਰਦੇ ਹਨ, ਕਾਮ ਕ੍ਰੋਧ ਮਿਟਿਓ ਜੋ ਤਿਣੰ, ਜੋ ਜੀਵਨ ਦੇ ਵਿੱਚ ਵੱਡਾ ਭਾਰੀ ਕਾਮ ਕ੍ਰੋਧ ਦਾ ਪ੍ਰਭਾਵ ਹੁੰਦਾ ਹੈ, ਉਹ ਉਹਨਾਂ ਦਾ ਨਾਸ਼ ਹੋ ਜਾਂਦਾ। ਭਾਵ ਕਿ ਨਾਸ਼ ਹੋ ਗਿਆ ਜਿਨ੍ਹਾਂ ਨੇ ਆਪ ਜੀ ਨੂੰ ਮਨ ਕਰਕੇ ਸਿਮਰਿਆ। ਮਨ ਕਰਕੇ ਸਿਮਰਨ ਦਾ ਕੀ ਭਾਵ ਹੁੰਦਾ ਹੈ? ਹੁਣ ਇੱਕ ਹੁੰਦਾ ਹੈ ਰਸਨਾ ਦੁਆਰਾ ਸਿਮਰਨਾ, ਅਤੇ ਜਿਹੜਾ ਮਨ ਕਰਕੇ ਸਿਮਰਨ ਦਾ ਭਾਵ ਹੈ ਕਿ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਜੀਵਨ ਦਾ ਬਿਰਤਾਂਤ ਅਸੀਂ ਚਾਹੇ ਇਤਿਹਾਸ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ, ਸਾਖੀ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ, ਉਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹ ਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਹਿਰਦੇ ਦੇ ਦੀਦਾਰ ਕਰਦੇ ਹਾਂ। ਫਿਰ ਜਦੋਂ ਗੁਰੂ ਸਾਹਿਬ ਜੀ ਦੀ ਜੀਵਨ ਬਿਰਤਾਂਤ ਨੂੰ ਸੁਣਿਆ ਹੁੰਦਾ ਹੈ, ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ, ਕਿਉਂਕਿ ਗੁਰੂ ਬਾਣੀ ਰੂਪ ਹੈ
ਜਦੋਂ ਬਾਣੀ ਦੀ ਵਿਚਾਰ, ਬਾਣੀ ਦਾ ਭਾਵ ਸਾਡੇ ਹਿਰਦੇ ਅੰਦਰ ਵਸਿਆ ਹੋਣ ਕਰਕੇ ਜਿੰਨੇ ਵੀ ਇੱਕ ਦਿਨ ਦੇ ਵਿੱਚ ਜੁੜੇ ਹੋਏ ਖਿਆਲ ਸਾਡੇ ਮਨ ਦੇ ਫੁਰਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਭਗਤੀ ਬਾਰੇ, ਸੇਵਾ ਬਾਰੇ, ਉਹਨਾਂ ਦੀ ਬਾਣੀ ਬਾਰੇ, ਉਹਨਾਂ ਦੀ ਵੱਡੀ ਵਡਿਆਈ ਬਾਰੇ ਜਿੰਨੇ ਵੀ ਫੁਰਨੇ ਸਾਡੇ ਮਨ ਵਿੱਚ ਆਉਣੇ ਹਨ, ਇਹ ਸਾਡੀ ਮਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿਮਰਨਾ ਹੈ। ਅਤੇ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਆਪ ਜੀ ਨੂੰ ਮਨ ਕਰਕੇ ਸਿਮਰਿਆ, ਮਨ ਕਰਕੇ ਸਿਮਰਨਾ ਬੜੀ ਵੱਡੀ ਭਗਤੀ ਹੁੰਦੀ ਹੈ। ਜ਼ੁਬਾਨ ਤੋਂ ਹਰ ਕੋਈ ਉਚਾਰਨ ਕਰ ਸਕਦਾ ਹੈ ਅਤੇ ਜ਼ੁਬਾਨ ਦੇ ਕੀਤੇ ਹੋਏ ਨਾਲ ਜਿਹੜਾ ਇਕਾਗਰਤਾ ਬਣ ਜਾਂਦੀ, ਪਰ ਮਨ ਦੀ ਇਕਾਗਰਤਾ ਬਣਾਉਣੀ ਬੜੀ ਮੁਸ਼ਕਿਲ ਹੈ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਆਪ ਜੀ ਨੂੰ ਮਨ ਕਰਕੇ ਸਿਮਰਦੇ ਹਨ, ਉਹਨਾਂ ਦੇ ਕਾਮ ਕ੍ਰੋਧ ਦੇ ਸਾਰੇ ਭਾਵ ਨਾਸ਼ ਹੋ ਜਾਂਦੇ ਹਨ। ਬਾਚਾ ਕਰ ਸਿਮਰੰਤ ਤੁਜੈ ਨਰ, ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ। ਅਤੇ ਕਹਿੰਦੇ ਜਿਹੜੇ ਬਚਨ ਕਰਕੇ ਸਿਮਰਦੇ ਹਨ, ਬਚਨ ਕਰਕੇ ਸਿਮਰਨ ਦਾ ਭਾਵ ਜਿਹੜੇ ਆਪ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ ਆਪ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਧਰ ਕੇ ਆਪਣੇ ਮੁਖ ਤੋਂ ਸਿਫਤ ਉਚਾਰਦੇ ਹਨ, ਜ਼ੁਬਾਨ ਦੁਆਰਾ ਆਪ ਜੀ ਦੀ ਆਰਾਧਨਾ ਕਰਦੇ ਹਨ, ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਤਿੰਨ ਭੱਟ ਸਾਹਿਬਾਨ ਜੀ ਫਰਮਾਉਂਦੇ ਹਨ, ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣੰ। ਕਿਉਂਕਿ ਜਦੋਂ ਹਿਰਦੇ 'ਤੇ ਆਪ ਜੀ ਦੇ ਪਵਿੱਤਰ ਨਾਮ ਦਾ, ਆਪ ਦੀ ਪਵਿੱਤਰ ਬਾਣੀ ਦਾ ਰਸਨਾ 'ਤੇ ਵਾਸ ਹੁੰਦਾ, ਅਤੇ ਰਸਨਾ ਫਿਰ ਇੱਕ ਅਧਿਆਤਮਿਕ ਰਸ ਪੈਦਾ ਕਰਦੀ ਹੈ। ਅਤੇ ਅਧਿਆਤਮਿਕ ਰਸ ਦੇ ਨਾਲ ਜਿਵੇਂ ਕਿਸੇ ਭੋਜਨ ਨੂੰ ਮੂੰਹ ਦੇ ਵਿੱਚ ਚਬਾਈਏ, ਉਹਦੇ ਵਿੱਚੋਂ ਜਿਹੜਾ ਰਸ ਨਿਕਲਦਾ ਉਹ ਸਰੀਰ ਦੇ ਕਈ ਭਾਗਾਂ ਦੇ ਵਿੱਚ ਕੰਮ ਆਉਂਦਾ। ਕਿਤੇ ਉਹ ਖੂਨ ਬਣ ਜਾਂਦਾ ਹੈ, ਕਿਤੇ ਮਿੱਝ ਮਾਸ ਬਣ ਜਾਂਦਾ, ਕਿਤੇ ਊਰਜਾ ਬਣ ਜਾਂਦਾ ਹੈ। ਇਸ ਕਰਕੇ ਭੱਟ ਸਾਹਿਬਾਨ ਬਖਸ਼ਿਸ਼ ਕਰਦੇ ਹਨ, ਜਿਹੜੇ ਆਪਣੀ ਰਸਨਾ ਤੋਂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੀ ਸਿਫਤ ਉਚਾਰਦੇ ਹਨ, ਆਪ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਆਪਣੀ ਰਸਨਾ 'ਤੇ ਜਪ ਜਪ ਕੇ ਭੁੰਚਦੇ ਹਨ। ਜਦੋਂ ਉਹ ਆਪ ਜੀ ਦੀ ਸਿਫਤ ਦਾ ਅਧਿਆਤਮਿਕ ਰਸ ਰਸਨਾ ਦੁਆਰਾ ਉਹਨਾਂ ਦੇ ਹਿਰਦੇ ਅੰਦਰ ਪ੍ਰਵੇਸ਼ ਕਰਦਾ ਹੈ, ਅਤੇ ਉਹਨਾਂ ਦੀ ਜਿਹੜੀ ਦੇਹ ਨਰ ਨਰਾਇਣੀ ਹੋ ਜਾਂਦੀ ਹੈ, ਭਾਵ ਦੁੱਖ ਦਰਿਦਰ ਜਿਹੜੇ ਹਨ। ਕਿਉਂਕਿ ਜਦੋਂ ਅਧਿਆਤਮਿਕ ਰਸ ਜੀਵਨ ਵਿੱਚ ਪ੍ਰਵੇਸ਼ ਕਰੇਗਾ, ਹਿਰਦੇ ਵਿੱਚ ਸੰਤੋਖ ਆਵੇਗਾ, ਸੰਤੋਖ ਕਰਕੇ ਤ੍ਰਿਸ਼ਨਾ ਦਾ ਦੁੱਖ ਮਿਟੇਗਾ। ਜਦ ਸਬਰ ਦੀ ਭਾਵਨਾ ਆਏਗੀ, ਲੋਭ ਦੀ ਅਗਨ ਸ਼ਾਂਤ ਹੋਏਗੀ, ਜਦੋਂ ਸ਼ਬਦ ਦੀ ਸਹਿਜ ਅਵਸਥਾ ਬਣੇਗੀ, ਮਨ ਵਿਕਾਰੀ ਭਟਕਣਾ ਵੱਲੋਂ ਰੁਕ ਜਾਏਗਾ। ਇਸ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼, ਭੱਟ ਸਾਹਿਬਾਨ ਦੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਜ਼ੁਬਾਨ ਕਰਕੇ ਸਿਮਰਦੇ ਹਨ, ਉਹਨਾਂ ਦੇ ਇੱਕ ਖਿਣ ਵਿੱਚ ਦੁੱਖ ਦਲਿੱਦਰ ਨਾਸ਼ ਹੋ ਜਾਂਦੇ ਹਨ। ਕਰਮ ਕਰ ਤੋ ਦਰਸ ਪਰਸ ਪਾਰਸ, ਸਰ ਬਲ ਭੱਟ ਜਸ ਗਾਇਓ। ਤਾਂ ਫਿਰ ਆਖਦੇ ਇਸ ਤੋਂ ਅਗਲੇ ਜਿਹੜੇ ਕਰਮ ਕਰਕੇ, ਭਾਵ ਕਿ ਮੁਬਾਰਕ ਮਸਤਕ ਆਪ ਜੀ ਦੇ ਚਰਨਾਂ 'ਤੇ ਭੇਟ ਕਰਦੇ ਹਨ, ਸੇਵਾ ਕਰਕੇ ਆਪ ਜੀ ਦੇ ਚਰਨ ਪਰਸਦੇ ਹਨ, ਆਪ ਜੀ ਦੇ ਮੁਬਾਰਕ ਚਰਨਾਂ 'ਤੇ ਆਪਣਾ ਸੀਸ ਧਰ ਕੇ ਤੁਹਾਡੀ ਪਾਰ ਸਰੂਪ ਸ਼ੋਅ ਨੂੰ ਮਾਣਦੇ ਹਨ। ਭੱਟ ਸਾਹਿਬਾਨ ਜੀ ਆਖਦੇ ਨੇ, ਭੱਟ ਬਲ ਜੀ, ਕਿ ਮੈਂ ਐਸੇ ਹੀ ਸਤਿਗੁਰੂ ਸਾਹਿਬ ਜੀ ਦਾ ਜਸ ਗਾਇਨ ਕਰਦਾ ਹਾਂ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਕਿ ਸ੍ਰੀ ਗੁਰ ਭਾਵ, ਗੁਰ ਦਾ ਭਾਵ ਹੈ ਕਿ ਜੋ ਸਤਿਗੁਰੂ ਸਾਰੇ ਬ੍ਰਹਿਮੰਡ ਦੇ ਵਿੱਚ ਆਪਣੀ ਸੱਤਾ ਦਾ ਪ੍ਰਕਾਸ਼ ਕਰ ਰਿਹਾ ਹੈ, ਆਪਣੇ ਕਰੁਣਾ ਸਰੂਪ ਨੂੰ ਧਾਰਨ ਕਰ ਰਿਹਾ ਹੈ, ਆਪਣੇ ਗਿਆਨ ਸਰੂਪ ਨੂੰ ਵਿਥਾਰ ਕਰ ਰਿਹਾ ਹੈ। ਕਹਿੰਦੇ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਸਾਰੇ ਜਗਤ ਦੇ ਵਿੱਚ ਆਪ ਜੀ ਦੀ ਜੈ ਜੈਕਾਰ ਹੈ। ਭਗਤੀ ਵਾਲਿਆਂ ਨੇ ਆਪ ਜੀ ਦੇ ਸਰੂਪ ਦਾ ਧਿਆਨ ਧਰਿਆ ਹੋਇਆ ਹੈ। ਮਾਇਆ ਦੇ ਅੰਧਕਾਰ ਵਿੱਚ ਖੁਆਰ ਹੋਏ ਜੀਵਾਂ ਦੇ ਲਈ ਆਪ ਜੀ ਤਰਨ ਤਾਰਨ ਹੋ। ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ, ਤੈ ਹਰ ਪਰਮ ਪਦ ਪਾਇਓ। ਆਪ ਜੀ ਨੇ ਹਰੀ ਪਰਮੇਸ਼ਰ ਦੇ ਪਰਮ ਸਿੰਘਾਸਣ ਨੂੰ, ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਜਿਹ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖਿਨ। ਤਾਂ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਭੱਟ ਬਲ ਜੀ, ਕਿ ਜਿਸ ਸਤਿਗੁਰੂ ਸਾਹਿਬ ਜੀ ਦੇ ਸਿਮਰਨ ਦੇ ਮਾਰਗ ਨਾਲ ਜੁੜਿਆਂ ਨੈਣ ਕੇ ਤਿਮਰ ਮਿਟੇ ਖਿਨ, ਜਿਹੜਾ ਮਨੁੱਖ ਦੀਆਂ ਅੱਖਾਂ ਦੇ ਵਿੱਚ ਹਨੇਰਾ ਹੁੰਦਾ ਹੈ, ਅੰਧਕਾਰ ਹੁੰਦਾ ਹੈ, ਉਹ ਨਾਸ਼ ਹੋ ਜਾਂਦਾ ਹੈ।
ਹੁਣ ਜਦ ਹਨੇਰਾ ਹੋਵੇ ਤਾਂ ਮਨੁੱਖ ਨੂੰ ਠੀਕ ਨਹੀਂ ਨਜ਼ਰ ਆਉਂਦਾ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਜਿਨ੍ਹਾਂ ਦੇ ਨੇਤਰਾਂ ਵਿੱਚ ਦ੍ਰਿਸ਼ਟੀ ਦੇ ਵਿੱਚ ਦਵੈਤ ਹੈ, ਦਵੈਤ ਦਾ ਭਾਵ ਜਿਹੜੇ ਸਾਰੇ ਜੀਵਾਂ ਦੇ ਅੰਦਰ ਮਾਲਕ ਦੀ ਹੋਂਦ ਨੂੰ ਨਾ ਤਾਂ ਪਹਿਚਾਣਦੇ ਨੇ, ਨਾ ਹੀ ਉਹਦਾ ਅਦਬ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਦਵੈਸ਼ ਹੈ, ਭਾਵ ਕਿ ਜਿਹੜੇ ਆਪਣੇ ਬਚਨਾਂ ਕਰਕੇ ਦੋ ਤਰੀਕਿਆਂ ਦੇ ਨਾਲ ਅਸੀਂ ਸੰਸਾਰ ਦੇ ਨਾਲ ਸੰਪਰਕ ਵਿੱਚ ਆਉਂਦੇ ਹਾਂ, ਇੱਕ ਦ੍ਰਿਸ਼ਟੀ ਕਰਕੇ, ਇੱਕ ਬੋਲ ਕਰਕੇ। ਜਿਹੜੀ ਜਦੋਂ ਦ੍ਰਿਸ਼ਟੀ ਵਿੱਚ ਦਵੈਤ ਹੋਵੇ, ਕਿਸੇ ਦੂਜੇ ਦੇ ਅੰਦਰ ਮਾਲਕ ਦੀ ਹੋਂਦ ਨਜ਼ਰ ਨਹੀਂ ਆਉਂਦੀ, ਉਹਦਾ ਨੂਰ ਨਜ਼ਰ ਨਹੀਂ ਆਉਂਦਾ। ਫਿਰ ਬਚਨਾਂ ਕਰਕੇ ਵੀ ਕਈ ਵਾਰੀ ਅਸੀਂ ਜਦ ਦੂਜੇ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਅੰਦਰ ਦਾ ਦਵੈਸ਼ ਪ੍ਰਗਟ ਹੁੰਦਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਜਿਨ੍ਹਾਂ ਨੇਤਰਾਂ ਦੇ ਵਿੱਚ ਦਵੈਸ਼ ਤੇ ਦਵੈਤ ਰੂਪ ਹਨੇਰਾ ਹੈ, ਸਤਿਗੁਰੂ ਸਾਹਿਬ ਜੀ ਉਹ ਆਪ ਜੀ ਦੇ ਸਰੂਪ ਦਾ ਸਿਮਰਨ ਕਰਨ ਦੇ ਨਾਲ ਮਿਟ ਜਾਂਦਾ ਹੈ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ। ਤੇ ਜਿਹੜੇ ਭਗਤ ਜਨ, ਸਾਧਕ ਜਨ ਆਪਣੇ ਯਤਨ ਕਰਕੇ ਤਰ੍ਹਾਂ ਤਰ੍ਹਾਂ ਦੇ ਤਪ ਸਾਧਦੇ ਹਨ, ਪਰ ਫਿਰ ਵੀ ਉਹਨਾਂ ਦੇ ਹਿਰਦੇ ਅੰਦਰ ਭਗਤੀ ਦੀ ਇੱਕ ਸਾਰ ਸਥਿਰ ਅਵਸਥਾ ਨਹੀਂ ਬਣਦੀ ਹੈ। ਪਰ ਕਹਿੰਦੇ ਜੇ ਆਪ ਜੀ ਦੇ ਸਰੂਪ ਦਾ ਧਿਆਨ ਧਰਨ, ਜੇ ਆਪ ਜੀ ਦੇ ਬਾਣੀ ਰੂਪ ਅੰਮ੍ਰਿਤ ਨੂੰ ਪੀਵਣ ਦਾ ਯਤਨ ਕਰਨ, ਤੇ ਆਪ ਜੀ ਦੀ ਬਾਣੀ ਹਿਰਦੇ ਅੰਦਰ ਐਸਾ ਪ੍ਰਕਾਸ਼ ਕਰਦੀ ਹੈ, ਆਪ ਜੀ ਦੇ ਪਰਮ ਸਰੂਪ ਦਾ ਧਿਆਨ ਧਰਨ ਦੇ ਨਾਲ ਐਸੀ ਹਿਰਦੇ ਦੀ ਇਕਾਗਰ ਅਵਸਥਾ ਬਣਦੀ ਹੈ ਕਿ ਦਿਨੋਂ ਦਿਨ ਨਾਮ ਦੀ ਪ੍ਰਤੀਤ, ਨਾਮ ਦਾ ਅਭਿਆਸ ਤੇ ਨਾਮ ਰਸ ਦੀ ਅਵਸਥਾ ਵੱਧਦੀ ਚਲੀ ਜਾਂਦੀ ਹੈ। ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਕਿ ਜਿਸ ਸਤਿਗੁਰੂ ਦੇ ਸਰੂਪ ਨੂੰ ਸਿਮਰਦਿਆਂ ਜੀਆਂ ਦੀ ਤਪਤ ਮਿਟ ਜਾਂਦੀ ਹੈ, ਭਾਵ ਕਿ ਵਿਕਾਰਾਂ ਕਰਕੇ, ਵਾਸਨਾ ਕਰਕੇ, ਤ੍ਰਿਸ਼ਨਾ ਕਰਕੇ। ਅੱਗੇ ਇੱਕ ਜ਼ਿਕਰ ਹੋਰ ਹੈ ਤਪਤ ਦੇ ਵਿੱਚ, ਮਨਮੁਖਤਾ ਵੀ ਇੱਕ ਤਰ੍ਹਾਂ ਦੀ ਤਪਸ਼ ਹੀ ਹੁੰਦੀ ਹੈ। ਜਿਹੜੇ ਮਨਮੁਖਤਾ ਦੀ ਤਪਸ਼ ਵਿੱਚ ਜਲਣ ਵਾਲੇ ਲੋਕ ਹੋਣਗੇ, ਜਦ ਕਦੇ ਜੀਵਨ ਦੇ ਵਿੱਚ ਮਿਲਣਗੇ, ਇਹਨਾਂ ਦੇ ਵਾਕਾਂ ਦੇ ਨਾਲ ਦੂਜੇ ਦੀ ਹਿਰਦੇ ਦੀ ਸ਼ਰਧਾ ਆਹਤ ਹੋ ਜਾਂਦੀ ਹੈ, ਦੂਜੇ ਦੇ ਹਿਰਦੇ ਵਿੱਚ ਬੇਪ੍ਰਤੀਤੀ ਪੈਦਾ ਕਰ ਦਿੰਦੇ ਹਨ ਗੁਰੂ ਪ੍ਰਤੀ, ਦੂਜੇ ਨੂੰ ਉਹਦੇ ਮਾਰਗ ਤੋਂ ਭਟਕਾ ਦਿੰਦੇ ਹਨ। ਇਸ ਕਰਕੇ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਸਾਹਿਬ ਜੀ ਆਪ ਜੀ ਦੇ ਸਰੂਪ ਨੂੰ ਸਿਮਰਨ ਦੇ ਲਈ, ਸਿਮਰਨ ਦੇ ਨਾਲ ਵਕਾਰ, ਵਾਸ਼ਨਾ, ਤ੍ਰਿਸ਼ਨਾ ਇਹ ਵੀ ਅਗਨ ਸ਼ਾਂਤ ਹੁੰਦੀ ਹੈ, ਅਤੇ ਜਿਹੜੀ ਮਨਮੁਖਤਾ ਦੀ ਤਪਸ਼ ਵਿੱਚ ਜੀਵ ਖੁਆਰ ਹੁੰਦੇ ਹਨ ਉਹ ਵੀ ਮਿਟ ਜਾਂਦੀ ਹੈ। ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। ਕਿ ਜਿਸ ਸਤਿਗੁਰੂ ਸਿਮਰਨ ਦੇ ਨਾਲ ਜੀਵ ਨੂੰ ਨਵ ਨਿਧੀਆਂ, 18 ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਭਾਵ ਕਿ ਨਵ ਨਿਧੀਆਂ ਦਾ ਭਾਵ ਕਿ ਧਰਮ ਦੇ 9 ਸ਼ੁਭ ਲੱਖਣ, ਜਿਨ੍ਹਾਂ ਕਰਕੇ ਭਗਤੀ ਦੀ ਅਵਸਥਾ ਬਣਦੀ ਹੈ, ਜਿਹਦੇ ਵਿੱਚ ਸ਼ਰਵਣ, ਕੀਰਤਨ, ਅਰਚਨਾ, ਪੂਜਾ, ਪਾਦ ਸੇਵਨ, ਇਹ 9 ਭਗਤੀ ਦੇ ਕਿਸਮਾਂ ਨੇ। ਕਹਿੰਦੇ ਨਵ ਨਿਧ ਰੂਪ ਹੋ ਕੇ ਆਪ ਜੀ ਆਪਣੇ ਗੁਰਸਿੱਖਾਂ ਨੂੰ, ਜਿਹੜੇ ਆਪ ਜੀ ਦੇ ਸਰੂਪ ਦਾ ਧਿਆਨ ਧਰਦੇ ਹਨ, ਉਹ ਨਵ ਨਿਧੀਆਂ 18 ਸਿੱਧੀਆਂ ਨੂੰ ਪਾਉਂਦੇ ਹਨ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਧਨ ਕਰੋ। ਤਾਂ ਪਹਿਲਾ ਭੱਟ ਸਾਹਿਬਾਨ ਜੀ ਨੇ ਜ਼ਿਕਰ ਕੀਤਾ ਸੀ ਕਿ ਜਿਹੜੇ ਸਤਿਗੁਰੂ ਦੇ ਸਿਮਰਨ ਕਰਦਿਆਂ ਜੀਵਨ ਦੇ ਵਿੱਚੋਂ ਅਗਿਆਨ ਦਾ ਹਨੇਰਾ ਨਾਸ਼ ਹੋ ਜਾਵੇ, ਜਿਸ ਸਤਿਗੁਰੂ ਦੇ ਸਰੂਪ ਦਾ ਧਿਆਨ ਧਰਦਿਆਂ ਹਿਰਦਾ ਹਰ ਵੇਲੇ ਮਾਲਕ ਦਾ ਨਾਮ ਦੇ ਵਿੱਚ ਜੁੜ ਜਾਵੇ, ਜਿਸ ਸਤਿਗੁਰੂ ਸਾਹਿਬ ਜੀ ਦੇ ਨਾਮ ਰਸ ਦੇ ਨਾਲ ਜੀਵਨ ਦੀ ਸਾਰੀ ਅੰਦਰੂਨੀ ਤੇ ਬਾਹਰੀ ਤਪਸ਼ ਮਿਟ ਜਾਵੇ, ਜਿਸ ਸਤਿਗੁਰੂ ਦੇ ਮੁਬਾਰਕ ਚਰਨ ਪਰਸਨ ਦੇ ਨਾਲ ਸੰਸਾਰ ਤੇ ਨਿਰੰਕਾਰ ਦੇ, ਲੋਕ ਪਰਲੋਕ ਦੇ ਦੋਨੋਂ ਸੁੱਖ ਜੀਵ ਨੂੰ ਉਪਲਬਧ ਹੋ ਜਾਣ। ਭੱਟ ਸਾਹਿਬਾਨ ਜੀ ਆਖਦੇ ਨੇ ਉਸ ਗੁਰੂ ਸਾਹਿਬ ਜੀ ਦਾ ਪਵਿੱਤਰ ਨਾਮ ਗੁਰੂ ਰਾਮਦਾਸ ਸਾਹਿਬ ਜੀ ਅਤੇ ਭੱਟ ਬਲ ਜੀ ਆਖਦੇ ਹਨ, ਜੇ ਸਤਿਗੁਰੂ ਦੀ ਉਪਰੋਕਤ ਸਾਰੀ ਮਹਿਮਾ ਨੂੰ, ਕਿਰਪਾ ਨੂੰ ਪ੍ਰਾਪਤ ਕਰਨਾ ਹੈ, ਮਿਲ ਸੰਗਤ ਧਨ ਧਨ ਕਰੋ। ਸੰਗਤ ਰੂਪ ਦੇ ਵਿੱਚ ਜੁੜ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਅਕਥ ਕਥਾ ਨੂੰ ਕਥਨ ਦਾ, ਉਹਨਾਂ ਦੀ ਸਿਫਤ ਨੂੰ ਗਾਇਨ ਕਰਨ ਦਾ ਯਤਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਕਿ ਜਿਸ ਸਤਿਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜ ਕੇ, ਜਿਹਦੇ ਸ਼ਬਦ ਰੂਪ ਆਧਾਰ ਦਾ ਆਸਰਾ ਗਹਿ ਕੇ ਅਕਾਲ ਪੁਰਖ ਪ੍ਰਭੂ ਦੇ ਨਾਲ ਅਭੇਦ ਹੋ ਜਾਈਦਾ ਹੈ। ਗੁਰੂ ਭੱਟ ਸਾਹਿਬਾਨ ਜੀ ਆਖਦੇ ਹਨ
ਕਿ ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਦਾ ਉਹਨਾਂ ਦੇ ਸਿਮਰਨ ਭਾਵ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੋ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਸਾਧਨਾ ਦਾ, ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਮੁਬਾਰਕ ਸ਼ਰਨ ਵਿੱਚ ਰਹਿ ਕੇ ਜਿਨ ਸ਼ਬਦ ਕਮਾਏ, ਸ਼ਬਦ ਕਮਾਏ ਦਾ ਭਾਵ ਹੈ ਕਿ ਜਿਨ੍ਹਾਂ ਨੇ ਗੁਰੂ ਕੇ ਸਨਮੁਖ ਰਹਿ ਕੇ ਸੇਵਾ ਸਿਮਰਨ ਅਤੇ ਸ਼ਬਦ ਦੇ ਆਧਾਰ ਦੇ ਨਾਲ ਗੁਰੂ ਕੇ ਉਸ ਪਰਮ ਰੂਪ ਨੂੰ ਪਛਾਣਿਆ ਜਿਹੜਾ ਅਮਰ ਹੈ, ਅਬਨਾਸ਼ੀ ਹੈ, ਅਗੰਮ ਹੈ। ਕਹਿੰਦੇ ਜਿਨ੍ਹਾਂ ਸ਼ਬਦ ਦੀ ਕਮਾਈ ਕਰਕੇ ਪਰਮ ਪਦ ਭਾਵ ਕੇ ਗੁਰਿਆਈ ਦੇ ਸਿੰਘਾਸਣ ਨੂੰ ਪ੍ਰਾਪਤ ਕੀਤਾ ਅਤੇ ਐਸੀ ਸੇਵਾ ਕੀਤੀ ਕਿ ਕਦੇ ਵੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਜਦੋਂ ਇੱਕ ਵਾਰੀ ਉਹਨਾਂ ਦੀ ਸ਼ਰਨ ਗ੍ਰਹਿਣ ਕਰ ਲਈ, ਫਿਰ ਸੇਵਾ ਕਰਤ ਨਾ ਛੋਡਿਓ ਪਾਸ, ਉਸ ਸੇਵਾ ਕਰਕੇ ਪਰਮ ਪਦ ਪਾਇਆ। ਪਰ ਉਹੀ ਸੇਵਾ ਗੁਰਿਆਈ ਸਿੰਘਾਸਣ ਪ੍ਰਾਪਤ ਕਰਨ ਤੋਂ ਬਾਅਦ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਨਹੀਂ ਛੱਡੀ ਸੀ। ਤਾਂ ਤੇ ਗਹੁਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ। ਕਿ ਉਹੀ ਪਰਮ ਸੇਵਾ ਦੀ ਮੂਰਤ ਗੁਰੂ ਰਾਮਦਾਸ ਸਾਹਿਬ ਜੀ ਤੋਂ ਫਿਰ ਅਥਾਹ ਡੂੰਘੇ ਗਿਆਨ ਦਾ ਪ੍ਰਗਟ ਭਾਵ ਪ੍ਰਕਾਸ਼ ਹੋਇਆ, ਜਿਹੜਾ ਦੁੱਖ ਦਰਿਦਰ ਅੰਧਿਆਰ ਕੋ ਨਾਸ, ਜਿਹੜਾ ਸਾਰੇ ਸੰਸਾਰ ਦੇ ਦੁੱਖ ਦਰਿਦਰ ਅਤੇ ਅਗਿਆਨ ਦਾ ਨਾਚ ਕਰਨ ਵਾਲਾ ਹੈ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗਹਿ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਵੇਂ ਜਿਹੜੇ ਜੀਵ ਮਾਇਆ ਦੀ ਭਟਕਣ ਦੇ ਵਿੱਚ ਖੁਆਰ ਹੋ ਗਏ ਸਨ, ਅਤੇ ਜਿਨ੍ਹਾਂ ਨੇ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਲੱਗ ਕੇ ਪਰਮ ਪਦ ਪਾ ਲਿਆ ਅਤੇ ਆਪਣੇ ਅਗਿਆਨ ਦਾ ਨਾਸ਼ ਕਰਕੇ ਕਾਮ ਕ੍ਰੋਧ ਨੂੰ ਹਰ ਕੇ ਪਰਮ ਅਵਸਥਾ ਨੂੰ ਪ੍ਰਾਪਤ ਹੋਏ। ਭੱਟ ਕੀਰਤ ਜੀ ਆਖਦੇ ਹਨ ਕਿ ਜੇ ਐਸੇ ਸਤਿਗੁਰੂ ਦੀ ਚਰਨਾਂ ਦੇ ਵਿੱਚ ਸੰਤ ਆਇਆ ਸ਼ਬਦ ਕਿ ਜਿਵੇਂ ਸੰਤ ਪੁਰਖਾਂ ਵਾਂਗ ਗੁਰੂ ਰਾਮਦਾਸ ਸਾਹਿਬ ਜੀ ਦੀ ਸਾਧਨਾ ਹੈ, ਅਤੇ ਜਿਹੜੇ ਸੰਤਤ ਜੀਵਨ ਧਾਰਨ ਕਰਦਿਆਂ ਹੋਇਆਂ ਮੁੜ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਜਾਂਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਦੀ ਭਟਕਣ ਦਾ, ਕਾਮ ਕ੍ਰੋਧ ਦੇ ਪ੍ਰਭਾਵ ਦਾ ਕੋਈ ਜਿਹੜਾ ਅੰਸ਼ਕ ਮਾਤਰ ਵੀ ਪ੍ਰਭਾਵ ਨਹੀਂ ਪਹੁੰਚਦਾ ਹੈ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਤਾਂ ਭੱਟ ਕੀਰਤ ਜੀ ਆਖਦੇ ਹਨ ਕਿ ਜਰਾ ਜਿੰਨਾ ਭੇਦ ਨਾ ਪਹਿਚਾਣੋ, ਜਰਾ ਜਿੰਨਾ ਵੀ ਰਾਈ ਜਿੰਨਾ ਭੇਦ ਵੀ ਗੁਰਮੂਰਤ ਦੇ ਵਿੱਚ ਨਾ ਜਾਣੋ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮੁਬਾਰਕ ਚਰਨ ਸ਼ਰਨ ਦੇ ਨਾਲ ਜੁੜੇ, ਉਹਨਾਂ ਦੇ ਸੰਗ ਜੁੜਨ ਕਰਕੇ ਗੁਰੂ ਨਾਨਕ ਅੰਗ ਹੋ ਗਏ, ਭਾਵ ਕਿ ਗੁਰੂ ਅੰਗਦ ਸਰੂਪ ਹੋ ਗਏ। ਇਸੇ ਤਰ੍ਹਾਂ ਗੁਰੂ ਅਮਰਦਾਸ ਉਹਨਾਂ ਦੇ ਮੁਬਾਰਕ ਚਰਨ ਸ਼ਰਨ ਦੀ ਦਾਤ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦੇ ਵਿੱਚ ਅਭੇਦ ਹਨ। ਜਿਵੇਂ ਭਾਈ ਲਹਿਣਾ ਜੀ ਦੇ ਅੰਗ ਸੰਗ ਗੁਰੂ ਨਾਨਕ ਦੇਵ ਸਾਹਿਬ ਜੀ ਵਿਚਰਦੇ ਸਨ, ਆਪਣੇ ਕਿਰਪਾ ਰੂਪ ਦੀ ਰਹਿਮਤ ਕਰਦੇ ਸਨ, ਉਵੇਂ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਦੀ ਮਿਹਰ ਭਰੀ ਛਤਰ ਛਾਇਆ ਦਾ ਵਾਸ ਹੈ। ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਬਾਸੁਰ ਹਰ ਚਰਨ ਨਿਵਾਸ। ਤਾਂ ਹੁਣ ਸਾਡੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਸੇਵਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਸੇਵਣ ਦਾ ਭਾਵ ਪਹਿਲਾਂ ਬਹੁਤ ਦਫਾ ਅਰਜ਼ ਕੀਤਾ ਹੈ ਕਿ ਚਰਨਾਂ ਨੂੰ ਸੇਵਣ ਦਾ ਭਾਵ ਇਹ ਹੁੰਦਾ ਹੈ, ਕਿਉਂਕਿ ਸਤਿਗੁਰੂ ਦੀ ਸਾਡੇ ਕੋਲੋਂ ਸਤਿਗੁਰੂ ਦੇ ਬਾਰੇ ਸਾਡੇ ਕੋਲੋਂ ਸਤਿਗੁਰੂ ਦੀ ਕੋਈ ਮੂਰਤੀ ਨਹੀਂ ਹੈ ਕਿ ਅਸੀਂ ਮੂਰਤੀ ਦੀ ਅਰਚਨਾ ਪੂਜਾ ਕਰਕੇ ਕਹਿਣਾ ਕਿ ਅਸੀਂ ਸਤਿਗੁਰੂ ਦੇ ਚਰਨ ਸੇਵ ਲਏ ਹਨ। ਸਾਡੇ ਕੋਲੋਂ ਸਤਿਗੁਰੂ ਦਾ ਕੋਈ ਚਿੱਤਰ ਵੀ ਨਹੀਂ ਕਿ ਅਸੀਂ ਕਹਿਣਾ ਕਿ ਇਸ ਚਿੱਤਰ ਦੇ ਉੱਪਰ ਅਸੀਂ ਤਰ੍ਹਾਂ ਦੀ ਆਰਤੀ ਕਰਕੇ ਤਿਲਕ ਆਦਿਕ ਚੜ੍ਹਾ ਕੇ ਫੁੱਲ ਮਾਲਾਵਾਂ ਅਰਪਣ ਕਰਕੇ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰ ਲਈ ਹੈ। ਸਾਨੂੰ ਤਾਂ ਭੱਟ ਸਾਹਿਬਾਨਾਂ ਨੇ ਗੁਰੂ ਕਾ ਉਹ ਰੂਪ ਦਿਖਾਇਆ ਹੈ, ਉਸ ਰੂਪ ਦੇ ਦਰਸ਼ਨ ਕਰਵਾਏ ਹਨ ਜਿਸ ਰੂਪ ਬਾਰੇ ਪਿੱਛੇ ਜ਼ਿਕਰ ਆਇਆ ਸੀ। 84 ਲੱਖ ਜੋਨੋਂ ਪਾਈ ਰਿਜਕ ਦਿਆ ਸਭੂ ਕੋ ਤਦ ਕਾ,
कि जिस सतगुरु की मूरत का प्रगास सदा गुर का जगमगै प्रगट भया जस जन कै। कि जिस सतगुरु के ज्ञान रूप का प्रकाश प्रीत पुबली प्रवाह अम्य धारा रस गुट्टे। कि जिस सतगुरु के शब्द की अमृत धारा कीर्तन द्वारा वहिंदी है, असी उस गुरु के चरणों की सेव करनी। इहदा भाव गुरु के चरण अति सूक्ष्म हन ते वो किसी तरीके की पूजा के नाल गुरु के चरणों की सेव नहीं हो सकती। फिर उन्हों की सेव का इक्को ढंग बचता है कि जिमें साडा मन बड़ा सूक्ष्म है, वो किसी तरह की कल्पना दे विच किसी तरह के आकार विच नहीं आउंदा, ते गुरु का स्वरूप भी अति सूक्ष्म है। इस करके अपने मन करके आरंभ विच जिक्र आया, मनसा कर सिमरंत तुझै नर। कि असी मन करके चिंतन करना है, जुबान करके गुरु रामदास साहब की सिफत करनी है, अपनी बुद्धि करके गुरु रामदास साहब जी के पवित्र शब्द की विचार करनी है, ते भावना करके गुरु की सिफत, गुरु के शब्द के ज्ञान नूं ते गुरु मूरत के जिहड़े अगम कौतक हैं, जिहड़े असी इतिहास विच श्रवण करते हाँ, उन्हां नूं भावना करके अपने हिरदे अंदर वसा लेना है। जदों इस तरह वसा लवांगे फिर साडा मन भी, साडी रसना भी, साडा हिरदा भी, साडी बुद्धि भी सदा गुरु शब्द के नाल जुड़ी रहेगी। इस करके भट्ट साहिबान जी जिक्र करते हैं, जिन सतगुर सेव पदार्थ पायो। कि जिस धन सतगुरु गुरु रामदास साहब जी ने गुरु अमरदास साहब जी की मुबारक सेवा करके पदार्थ पायो। हुण ये तो नहीं कि गुरु रामदास साहब जी के मुबारक दर तो केवल जिहड़े हन अध्यात्मक पदार्थ ही मिलते हैं, भाव के भगती का अभ्यास बन जाता है, सेवा सिमरन दे नाल जीवन पूरा गूढ़ हो जाता है, ऐसा तो नहीं है। संसारिक किस्म दियाँ भी सारियां बख्शिशां हुंदियां ने। इस करके आखदे हैं जिन सतगुर सेव पदार्थ पायो। कि गुरु अमरदास साहब जी की मुबारक सेव करके गुरु रामदास साहब जी ने परम पदार्थ प्राप्त किया। वो पदार्थ जिहदे नाल अध्यात्मक भुख भी मिट जाती है ते संसारिक तृप्ति भी हो जाती है। निस बासुर हर चरण निवास। ते जिस सतगुरु गुरु रामदास साहब जी का चित हर वेले गुरु अमरदास साहब जी के मुबारक चरणों के विच निवास करता है, तां ते संगत सगन भाए पौ मानहे। तुम मली आगर प्रगट सुबास। तां भट्ट साहिबान जी जिक्र करते हैं कि गुरु अमरदास साहब जी की मुबारक सेव करके उन्हां दे शब्द चरणों के विच अपना निवास करके गुरु रामदास साहब जी आप जी दे पवित्र जीवन की इन्नी ज़्यादा महिमा का प्रकाश होया कि जो गूढ़ संगत भाव के जिक्र आया, तां ते संगत सगन पाए। कि जिहड़ी आप जी की गुरसिख संगत है, जिहड़ी बड़ी गूढ़ है, जिहड़ी बड़ी सगन है, पाए पौ मन है। कि वो आप जी के जीवन नूं देख के अपने हिरदे अंदर प्रेम का, भावना का ते परमेश्वर के अदब का गुण धारण करदी है। ते आप जी नूं तुम मलियागर प्रगट सुबास। कि जिमें मल्लिया पर्वत तो जदों पौना गुजरदियां हैं तो उत्थों जिहड़ी है अगे खुशबू फैलती जाती है, क्योंकि मल्लिया पर्वत ते चंदन के बड़े रुख मन्ने जाते हैं। तो भट्ट साहिबान आखदे हैं कि गुरु रामदास साहब जी आप जी का इतना जीवन भगती दे प्रेम दे शुभ गुणां दे नाल इन्ना ज़्यादा उच्चा जीवन है कि जदों किसी गुरसिख की अरदास वाली कीती हुई भावना तुहाडे चरनां दे नाल जुड़दी है, जदों किसी गुरसिख के मुख तो उचरी हुई आप जी की सिफत का एक वाक तुहाडे तो गुजरदा है, तो वो इन्ना भगती की खुशबू वाला हो जाता है कि सारे संसार दे विच तुहाडी भगती दी, तुहाडी सिफत की खुशबू ही बिखरदी है। ध्रुव प्रहलाद कबीर तिलोचना, नाम लैत उपजो जो परगास। तो बख्शिश करते हैं कि भगत ध्रुव जी, भगत प्रहलाद, भगत कबीर साहब जी, भगत त्रिलोचन जी, जिस नाम नूं सिमर के जिन्ना इन्हां भगत साहिबानां दे हिरदे अंदर परमेश्वर का जो परम ज्ञान स्वरूप प्रकाश होया सी, जिह भिखत अत होई रहस मन,
ਸੋਈ ਸੰਤ ਸਹਾਰ ਗੁਰੂ ਰਾਮਦਾਸ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਐਸੇ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਦੇ ਸਰੂਪ ਦਾ ਧਿਆਨ ਪਹਿਲੇ ਭਗਤ ਜਨ ਵੀ ਧਰਦੇ ਹਨ। ਕਹਿੰਦੇ ਉਹੀ ਗੁਰੂ ਸਾਹਿਬ ਜੀ ਨੇ ਆਪਣੇ ਪਰਮ ਰਹੱਸ ਦਾ, ਕਿ ਗੁਰੂ ਕਿੱਡੀ ਵੱਡੀ ਦਇਆ ਦਾ, ਕਿੰਨੇ ਵੱਡੇ ਗਿਆਨ ਦਾ, ਜਾਂ ਕਿੰਨੀ ਵੱਡੀ ਬਖਸ਼ਿਸ਼ ਦਾ ਮਾਲਕ ਹੈ। ਕਹਿੰਦੇ ਜਦੋਂ ਅਸੀਂ ਭਗਤ ਸਾਹਿਬਾਨਾਂ ਦੇ ਵਿਸ਼ੇ 'ਚ ਬੁੱਝਦੇ ਹਾਂ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਵਾਰੀ ਜਿਹੜੀ ਹੈ ਲੇਸ ਮਾਤਰ ਸ਼ੰਕਾ ਰਹਿ ਜਾਂਦੀ ਹੈ। ਜਿਵੇਂ ਅਸੀਂ ਭਗਤ ਧਰੂ ਜੀ ਬਾਰੇ ਸੁਣਦੇ ਹਾਂ, ਜਿਵੇਂ ਭਗਤ ਪ੍ਰਹਿਲਾਦ ਜੀ ਬਾਰੇ, ਕਿ ਪਰਮੇਸ਼ਰ ਨੇ ਤਪਤ ਥੰਮਾਂ ਤੋਂ ਉਹਨਾਂ ਦੀ ਰੱਖਿਆ ਕੀਤੀ ਸੀ। ਭਗਤ ਕਬੀਰ ਸਾਹਿਬ ਜੀ ਨੂੰ ਗੰਗਾ ਦੀਆਂ ਲਹਿਰਾਂ ਤੋਂ ਉਭਾਰਿਆ ਸੀ। ਇਸੇ ਤਰ੍ਹਾਂ ਸਭ ਤਰੀਕਿਆਂ ਦੇ ਨਾਲ ਆਪਣੇ ਭਗਤਾਂ ਦਾ ਜੀਵਨ ਸਵਾਰਿਆ ਸੀ ਜਿਹੜੇ ਨਾਮ ਸਿਮਰਦੇ ਸਨ। ਪਰ ਸ਼ੰਕਾ ਰਹਿ ਜਾਂਦੀ ਹੈ ਕਿ ਅਸੀਂ ਆਪਣੀ ਅੱਖੀਂ ਨਹੀਂ ਦੇਖਿਆ ਜਾਂ ਸਾਨੂੰ ਇਹਦੇ 'ਤੇ ਪੂਰਾ ਯਕੀਨ ਕਰਨਾ ਮੁਸ਼ਕਲ ਹੈ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਜਿਹੇ ਪਿਖਤ ਅਤ ਹੋਏ ਰਹੱਸ, ਕਿ ਗੁਰੂ ਰਾਮਦਾਸ ਜੀ ਦੇ ਮੁਬਾਰਕ ਸ਼ਰਨ ਦਰਸ਼ਨ ਕਰਨ ਦੇ ਨਾਲ ਐਸੇ ਰਹੱਸ ਜਿਹੜੇ ਪਹਿਲੇ ਭਗਤ ਸਾਹਿਬਾਨਾਂ ਦੇ ਵਿੱਚ ਸੁਣਦੇ ਆਏ ਹਾਂ ਕਿ ਪਰਮੇਸ਼ਰ ਨੇ ਆਪ ਉਹਨਾਂ ਦੀ ਪੈਜ ਰੱਖੀ। ਕਹਿੰਦੇ ਉਹ ਸਾਰੇ ਰਮਜ਼ਾਂ ਦਾ, ਭੇਦਾਂ ਦਾ, ਰਹਿਮਤਾਂ ਦਾ ਪ੍ਰਕਾਸ਼ ਜੋ ਸੰਤਾਂ ਦੇ ਸਹਾਰੇ ਗੁਰੂ ਰਾਮਦਾਸ ਸਾਹਿਬ ਜੀ ਹਨ, ਉਹਨਾਂ ਦਾ ਦਰਸ਼ਨ ਦੇਖ ਕੇ ਹੋ ਜਾਂਦਾ ਹੈ। ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਦੁਆਰਾ ਜਿਹੜੇ ਪਰਮੇਸ਼ਰ ਦੀ ਕਲਾ ਦਾ ਜ਼ਿਕਰ ਅਸੀਂ ਪਹਿਲੇ ਭਗਤਾਂ ਦੇ ਜੀਵਨ ਦੇ ਸੰਬੰਧ ਵਿੱਚ ਸੁਣਦੇ ਆਏ ਹਾਂ। ਭੱਟ ਸਾਹਿਬਾਨ ਜੀ ਆਖਦੇ ਨੇ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਦੇਖਿਆ ਹੀ ਉਹ ਸਾਰੀਆਂ ਕਲਾਵਾਂ ਦਾ ਜਿਹੜਾ ਗਿਆਨ ਹੈ, ਭਾਵ ਹੈ, ਪ੍ਰਤੱਖ ਹੋ ਜਾਂਦਾ ਹੈ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਂ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ, ਨਾਨਕ ਨਾਮ ਨਿਰੰਜਨ ਜਾਣਿਓ, ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜਦ ਸੰਸਾਰ ਦੇ ਵਿੱਚ ਅਕਾਲ ਪੁਰਖ ਸਰੂਪ ਹੋ ਕੇ ਪ੍ਰਗਟੇ ਤੇ ਉਹਨਾਂ ਪਰਮੇਸ਼ਰ ਦੇ ਨਾਮ ਨੂੰ ਨਿਰੰਜਨ ਜਾਣ ਕੇ ਸਿਮਰਿਆ। ਭਾਵ ਕਿ ਪਦਾਰਥ ਨੂੰ ਵੀ ਧਾਰਨ ਕੀਤਾ, ਗ੍ਰਸਤ ਨੂੰ ਵੀ, ਸਮਾਜ ਨੂੰ ਵੀ ਧਾਰਨ ਕੀਤਾ, ਜੋਗ ਦੇ ਭੇਖ ਨੂੰ ਵੀ ਧਾਰਨ ਕੀਤਾ। ਪਰ ਇਹਨਾਂ ਸਾਰਿਆਂ ਦੇ ਪ੍ਰਭਾਵ ਤੋਂ ਅਲੇਪ ਰਹੇ ਔਰ ਭਗਤ ਕਿਹੜੀ ਕੀਤੀ? ਪ੍ਰੇਮ ਲਿਵ ਲਾਈ, ਕਿ ਪਹਿਲਾਂ ਖੁਦ ਆਪਣੇ ਹਿਰਦੇ ਨੂੰ ਪ੍ਰੇਮ ਦੀ ਭਾਵਨਾ ਦੇ ਵਿੱਚ ਪੂਰਾ ਗੁੜਚ ਕੀਤਾ, ਫਿਰ ਉਹੀ ਭਗਤੀ ਦੇ ਪ੍ਰੇਮ ਦੇ ਵਿੱਚੋਂ ਉਪਜਿਆ ਗਿਆਨ ਦਾ ਅਤੇ ਸ਼ਬਦ ਦਾ ਅਤੇ ਕੀਰਤਨ ਦਾ ਪ੍ਰਕਾਸ਼ ਸਾਰੀ ਮਾਨਵਤਾ ਨੂੰ ਜੋੜ ਕੇ ਸਾਰੀ ਮਾਨਵਤਾ ਦਾ ਕਰਮ ਜਦ ਅਕਾਲ ਪੁਰਖ ਨਿਰੰਜਨ ਸਰੂਪ ਨਾਲ ਜੋੜਿਆ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਹੁਣ ਜਿਹੜਾ ਦਰਿਆ ਹੁੰਦਾ, ਸਾਇਰ ਦਾ ਅਰਥ ਹੁੰਦਾ ਸਮੁੰਦਰ, ਸਮੁੰਦਰ ਹੀ ਵੱਡੀਆਂ ਨਦੀਆਂ ਨੂੰ ਆਪਣੇ ਸਮਾਉਣ ਦੇ ਵਿੱਚ ਸਮਰੱਥ ਹੁੰਦਾ ਹੈ। ਕਹਿੰਦੇ ਉਸੇ ਗੁਰੂ ਨਾਨਕ ਦੇਵ ਸਰੂਪ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਪ੍ਰਗਟ ਹੋਏ ਸਮੁੰਦਰ ਵਾਂਗ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਦੇ ਵਿੱਚ ਕਾਰਨ ਪੜ੍ਹਦੇ ਆ ਨਾ, ਕਈ ਬੜੇ ਥੋਥੇ ਜਿਹੇ ਕਾਰਨ ਲਿਖੇ ਹੁੰਦੇ ਨੇ। ਜੇ ਗੁਰੂ ਸਾਹਿਬ ਜੀ ਨੇ ਆਹ ਸਮਾਜ ਸੁਧਾਰ ਕਰਤਾ, ਉਹ ਫਲਾਣਾ ਕਾਰਜ ਕਰ ਦਿੱਤਾ, ਉਹ ਤਾਂ ਛੋਟੀ ਸੁਰਤ ਹੈ ਜਿਹੜੀ ਗੁਰੂ ਨੂੰ ਦੇਖ ਰਹੀ ਹੈ। ਜੇ ਭੱਟ ਸਾਹਿਬਾਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਬਾਰੇ ਵਾਕ ਕਹੇ ਹਨ, ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ, ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਾਂ ਧਰਤੀ ਦੀਆਂ ਚੌਹਾਂ ਕੁੰਟਾਂ ਦੇ ਵਿੱਚ ਗਿਆਨ ਦਾ, ਸ਼ਬਦ ਦਾ ਪ੍ਰਕਾਸ਼ ਕਰ ਦਿੱਤਾ, ਸਤ ਸੰਗਤ ਕਰਕੇ ਧਰਮਸ਼ਾਲਾ ਸਥਾਪਿਤ ਕਰ ਦਿੱਤੀਆਂ। ਪਰ ਜੇ ਅੱਗੇ ਸ਼ਬਦ ਦਾ ਪ੍ਰਕਾਸ਼ ਜਿਹੜਾ ਬਾਣੀ ਦੁਆਰਾ, ਕੀਰਤਨ ਦੁਆਰਾ, ਗੋਸ਼ਟ ਦੁਆਰਾ ਹੋਇਆ ਸੀ, ਜੇ ਗੁਰੂ ਅੰਗਦ ਦੇਵ ਸਾਹਿਬ ਉਹਨੂੰ ਪੂਰੇ ਦਾ ਪੂਰਾ ਨਾ ਸੰਭਾਲਦੇ ਤੇ ਮਾਨਵਤਾ ਸ਼ਾਇਦ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਰਮ ਬਖਸ਼ਿਸ਼ ਤੋਂ ਸੱਖਣੀ ਰਹਿ ਜਾਂਦੀ। ਗੁਰੂ ਸਾਹਿਬ ਜੀ ਦੇ ਪਵਿੱਤਰ ਜੀਵਨ ਦਾ ਭੱਟ ਸਾਹਿਬਾਨਾਂ ਨੇ ਤਾਂ ਬਾਅਦ ਦੇ ਵਿੱਚ ਕਥਿਆ ਹੈ ਨਾ ਗੁਰੂ ਸਰੂਪ ਨੂੰ। ਹੁਣ ਪਹਿਲਾਂ ਗੁਰੂ ਨਾਨਕ ਅਕਾਲ ਪੁਰਖ ਸਰੂਪ ਦਾ ਅਨੁਭਵ ਤਾਂ ਭਾਈ ਲਹਿਣਾ ਜੀ ਨੇ ਕੀਤਾ ਹੈ ਨਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਜਦੋਂ ਫਿਰ ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰ ਪਰਮੇਸ਼ਰ ਦੇ ਸਿਧਾਂਤ ਨੂੰ ਪ੍ਰਗਟਾਉਣ ਦੇ ਲਈ ਜਨਮ ਸਾਖੀ ਦੀ ਟ੍ਰੈਡੀਸ਼ਨ ਚਲਾਈ। ਭਾਵ ਕਿ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਵੇਰ ਵੇਲੇ ਬਾਣੀ ਦੀ ਵਿਚਾਰ, ਬਾਣੀ ਦਾ ਕੀਰਤਨ ਹੁੰਦਾ ਸੀ। ਸ਼ਾਮ ਵੇਲੇ ਜੋ ਗੁਰੂ ਸਾਹਿਬ ਜੀ ਦੇ ਜੀਵਨ ਦੇ ਨਿਕਟਵਰਤੀ ਗੁਰਸਿੱਖ ਬਾਬਾ ਬੁੱਢਾ ਜੀ, ਭਾਈ ਬਾਲਾ ਜੀ, ਹੋਰ ਪ੍ਰਮੁੱਖ ਜਿੰਨੇ ਸਿੱਖ ਰਹੇ ਸਨ,
ਉਹ ਸਾਰੇ ਜਦੋਂ ਗੁਰੂ ਰੂਪ ਜਾਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਆਉਂਦੇ ਸਨ ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇੱਕ ਸਾਖੀ ਸੁਣਾਉਣ ਦੀ ਪਰੰਪਰਾ ਉੱਥੇ ਸ਼ੁਰੂ ਕੀਤੀ ਹੋਈ ਸੀ ਅਤੇ ਉਹਦੇ ਨਾਲ ਸਾਨੂੰ ਗੁਰੂ ਦੇ ਗਿਆਨ ਸਰੂਪ ਭਾਵ ਬਾਣੀ ਦਾ ਵੀ ਪਤਾ ਲੱਗਿਆ ਅਤੇ ਗੁਰੂ ਦੇ ਅਕਾਲ ਪੁਰਖ ਸਰੂਪ ਦਾ ਵੀ ਜਦੋਂ ਗੁਰੂ ਦੇ ਜੀਵਨ ਦੇ ਕੌਤਕਾਂ ਨੂੰ ਸ਼ਰਵਣ ਕੀਤਾ। ਇਸ ਕਰਕੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਸ਼ਬਦ ਸੁਰਤ ਦੀ ਜਿਹੜੀ ਨੀਂਵ ਸੀ ਉਹਨੂੰ ਹੋਰ ਪਰਪੱਕ ਕੀਤਾ ਹੈ। ਗੁਰੂ ਅਮਰਦਾਸ ਕੀ ਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਈ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ। ਉਸ ਤੋਂ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੇ ਸੇਵਾ ਸਿਮਰਨ ਦੀ ਇੰਨੀ ਵੱਡੀ ਘਾਲਣਾ ਹੈ ਕਿ ਜੇ ਇੱਕ ਜਿਹੀ ਕਛ ਕਹੀ ਨਾ ਜਾਈ, ਜਿਹੜੀ ਇੱਕ ਸਾਡੀ ਜ਼ੁਬਾਨ ਹੈ ਭਾਵ ਕਿ ਰਸਨਾ ਹੈ, ਭਾਵੇਂ ਬੁੱਧੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਰੇ ਕੌਤਕਾਂ ਦਾ ਵਰਣਨ ਭਰ ਲਈਏ, ਹਿਰਦਾ ਉਹਨਾਂ ਦੀ ਪ੍ਰੀਤ ਦੇ ਨਾਲ ਪੂਰਾ ਓਤ ਪੋਤ ਹੋ ਜਾਵੇ, ਪਰ ਭੱਟ ਸਾਹਿਬਾਨ ਜੀ ਆਖਦੇ ਨੇ ਇੱਕ ਜ਼ੁਬਾਨ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੇ ਜੀਵਨ ਦੀ ਕਥਾ ਅਕਥ ਹੈ, ਕਹੀ ਨਹੀਂ ਜਾਂਦੀ ਹੈ। ਸੋਢੀ ਸ੍ਰਿਸ਼ਟ ਸਕਲ ਧਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਵਡਾਈ। ਕਿ ਹੁਣ ਉਹੀ ਸਮਾਨ ਕਿ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦੇ ਮੁਬਾਰਕ ਦਰ 'ਤੇ ਮਾਇਆ ਦਾ ਅਥਾਹ ਆਵਣ ਹੈ, ਪਰ ਗੁਰੂ ਰਾਮਦਾਸ ਸਾਹਿਬ ਜੀ ਨਿਰਲੇਪ ਹਨ, ਭਾਵ ਕਿ ਜਿਸ ਨਿਰੰਜਨ ਪਰਮੇਸ਼ਰ ਦਾ ਸਿਮਰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਵਿੱਚ ਸਪੁਰ ਹੈ। ਜਿਹੜੇ ਸ਼ਬਦ ਸੁਰਤ ਦੀ ਨੀਂਵ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪੱਕਿਆਂ ਕੀਤਾ, ਉਹਦਾ ਐਸਾ ਮੁਕਾਮ ਗੁਰੂ ਰਾਮਦਾਸ ਸਾਹਿਬ ਜੀ ਨੇ ਪਵਿੱਤਰ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਚਲਾ ਕੇ ਸਥਾਪਿਤ ਕਰ ਦਿੱਤਾ ਕਿ ਜਿਹੜਾ ਬ੍ਰਹਿਮੰਡ ਤੱਕ ਸਦੀਵ ਅਟਲ ਰਹੇਗਾ। ਅਤੇ ਜਿਹੜੀ ਅਕਥ ਕਥਾ ਦਾ ਬੋਧ ਗੁਰੂ ਅਮਰਦਾਸ ਸਾਹਿਬ ਜੀ ਤੋਂ ਪ੍ਰਗਟਿਆ, ਉਹਦਾ ਪ੍ਰਕਾਸ਼ ਗੁਰਬਾਣੀ ਦੇ ਮਾਧਿਅਮ ਨਾਲ ਗੁਰੂ ਰਾਮਦਾਸ ਸਾਹਿਬ ਜੀ ਨੇ ਇਤਨਾ ਕਰ ਦਿੱਤਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਕਿ ਸੋਢੀ ਦਾ ਭਾਵ ਕਿ ਜਿਹੜੇ ਸਾਰੇ ਜਗਤ ਨੂੰ ਸੰਪੂਰਨ ਨਿਵਾਜਿਸ਼ ਕਰਨ ਵਾਲੀ ਹੋਵੇ। ਇੱਕ ਤਾਂ ਸੋਢੀ ਕੁਲ ਦਾ ਵਰਣਨ ਹੈ ਨਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਕੁਲ ਹੈ। ਸੋਢੀ ਕੁਲ ਦਾ ਇੱਕ ਭਾਵ ਇਹ ਵੀ ਹੈ ਕਿ ਜਿਹੜੀ ਸਾਰੇ ਸੰਸਾਰ ਨੂੰ ਸੰਪੂਰਨ ਨਿਵਾਜਿਸ਼ ਕਰਨ ਵਾਲੀ ਹੈ, ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਤੋਂ ਸਿਲਸਿਲਾ ਆਰੰਭ ਕਰ ਲਵੋ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਸੋਢੀ ਕੁਲ ਦਾ ਸਾਰਾ ਸਿਲਸਿਲਾ ਚੱਲਦਾ ਹੈ। ਉਹ ਅੱਗੇ ਅੱਗੇ ਆਪ ਜੀ ਨੂੰ ਸਭ ਨੂੰ ਜ਼ਿਕਰ ਪਤਾ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ। ਇਸ ਕਰਕੇ ਭੱਟ ਸਾਹਿਬਾਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਾਕ ਅਨ ਜਾਣ ਨਾ ਦੇਸਾਂ ਸੋਢੀਏ, ਸਹੋਰਸ ਅਜਰ ਨਾ ਜਰਿਆ ਜਾਵੇ। ਕਿ ਸੋਢੀ ਕੁਲ ਦੇ ਵਿੱਚ ਬੰਦਗੀ, ਗਿਆਨ, ਭਗਤੀ, ਵੀਰਤਾ, ਸਮਰਪਣ, ਅਧਿਆਤਮਿਕਤਾ ਦਾ ਇੰਨਾ ਜ਼ਿਆਦਾ ਪ੍ਰਕਾਸ਼ ਹੋਣਾ ਕਿ ਹੋਰ ਕੋਈ ਕੁਲ ਸੰਸਾਰ ਨੂੰ ਏਡੀ ਵੱਡੀ ਨਿਵਾਜਿਸ਼ ਕਰਨ ਦੇ ਸਮਰੱਥ ਹੈ ਹੀ ਨਹੀਂ। ਇਸ ਕਰਕੇ ਆਖਦੇ ਨੇ ਸੋਢੀ ਸ੍ਰਿਸ਼ਟ, ਕਿ ਸੋਢੀ ਕੁਲ ਦੇ ਜਿਹੜੇ ਅਗਲੇ ਰੂਪ ਹੋਣੇ ਹਨ ਉਹਨਾਂ ਸਾਰੀ ਸ੍ਰਿਸ਼ਟੀ ਦਾ ਕਲਿਆਣ ਕਰਨਾ ਹੈ। ਅਤੇ ਉਸੇ ਕੁਲ ਦੇ ਦੀਪਕ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸ੍ਰਿਸ਼ਟੀ ਨੂੰ ਤਾਰਨ ਆਏ ਹਨ। ਇਸ ਕਰਕੇ ਉਹਨਾਂ ਨੂੰ ਗੁਰੂ ਨਾਨਕ ਦੇ ਗੁਰਿਆਈ ਸਿੰਘਾਸਣ ਦੀ ਵੱਡੀ ਵਡਿਆਈ ਮਿਲੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਆਰੰਭ ਦੇ ਵਿੱਚ ਜਿਸ ਦਿਨ ਵਿਆਖਿਆ ਆਰੰਭ ਹੋਈ ਸੀ ਭੱਟ ਸਾਹਿਬਾਨਾਂ ਦੀ ਬਾਣੀ ਦੀ, ਇੱਕ ਨੁਕਤਾ ਅਰਜ਼ ਕੀਤਾ ਸੀ ਕਿ ਜੇ ਕਦੇ ਭੱਟ ਬਾਣੀ ਦੇ ਉੱਪਰ ਜੋ ਇੱਕ ਵਾਰੀ ਪੰਥ ਵਿੱਚ ਬੜਾ ਵੱਡਾ ਵਿਵਾਦ ਹੋਇਆ, ਅੱਜ ਵੀ ਥੋੜ੍ਹਾ ਬਹੁਤਾ ਪਰੋਖ ਅਪਰੋਖ ਰੂਪ ਦੇ ਵਿੱਚ ਚੱਲਦਾ ਹੈ। ਸਿੱਧਾ ਸਿੱਧਾ ਤਾਂ ਨਹੀਂ ਕਹਿੰਦੇ, ਪਰ ਅੰਦਰ ਖਾਤੇ ਉਹਨਾਂ ਦੀਆਂ ਨਿਮਨ ਭਾਵਨਾਵਾਂ ਦਾ, ਨਿਮਨ ਮਾਨਸਿਕਤਾ ਦਾ ਪਤਾ ਚੱਲ ਜਾਂਦਾ ਹੈ। ਉਹਨਾਂ ਕਿਹਾ ਕਿ ਭੱਟ ਸਾਹਿਬਾਨ ਜਿਹੜਾ ਉਹਨਾਂ ਦਾ ਇੱਕ ਇਤਰਾਜ਼ ਸੀ ਕਿ ਭੱਟ ਸਾਹਿਬਾਨ ਪੈਸੇ ਲੈ ਕੇ ਸਿਫਤ ਕਰਨ ਵਾਲੇ ਬੰਦੇ ਸਨ, ਪਰ ਜਦੋਂ ਅਸੀਂ ਇਸ ਪਵਿੱਤਰ ਸਵਈਏ ਦਾ ਪਾਠ ਕਰਦੇ ਹਾਂ ਤਾਂ ਭੱਟ ਸਾਹਿਬਾਨਾਂ ਨੇ ਆਪਣੀ ਜਗਿਆਸਾ, ਆਪਣੀ ਸਾਧਨਾ, ਆਪਣੇ ਅਨੁਭਵ ਨੂੰ ਗੁਰੂ ਸਾਹਿਬ ਜੀ ਦੇ ਸਨਮੁਖ ਰੱਖਿਆ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਕਿ ਗੁਰੂ ਰਾਮਦਾਸ ਸਾਹਿਬ ਜੀ ਸੰਪੂਰਨ ਗੁਰੂ ਦੀ ਪ੍ਰਾਪਤੀ ਨਾ ਹੋਣ ਕਰਕੇ, ਭਗਤੀ ਦੇ ਸ਼ੁਭ ਮਾਰਗ ਦਾ ਨਾ ਪਤਾ ਲੱਗਣ ਕਰਕੇ ਅਸੀਂ ਗੁਣਾਂ ਨਾਲ ਭਰੇ ਹੋਏ ਹਾਂ। ਇੱਕ ਗੁਣ ਵੀ ਸਾਡੇ ਵਿੱਚ ਨਹੀਂ ਹੈ ਅਤੇ ਆਪ ਜੀ ਦੇ ਨਾਮ ਅੰਮ੍ਰਿਤ ਨੂੰ ਛੱਡ ਕੇ ਬਿਖੈ ਬਿਖ ਖਾਈ, ਭਾਵ ਕਿ ਜਿਵੇਂ ਹੁਣ ਜੇ ਦੂਜਿਆਂ ਦੀ ਸਿਫਤ ਕਰਦੇ ਸਨ, ਉਹਨਾਂ ਕੋਲੋਂ ਧਨ ਮਿਲ ਜਾਂਦਾ ਸੀ ਪਰ ਉਹ ਧਨ ਦੀ ਥੋੜ੍ਹ ਆ ਜਾਂਦੀ ਸੀ। ਪਰ ਕਹਿੰਦੇ ਅੰਮ੍ਰਿਤ ਛਾੜ, ਸਾਨੂੰ ਨਹੀਂ ਸੀ ਪਤਾ ਕਿ ਇਸੇ ਜ਼ੁਬਾਨ ਦੇ ਨਾਲ ਤੁਹਾਡੀ ਸਿਫਤ ਕਰਕੇ
ਇੰਨਾ ਪਰਮ ਰਸ ਆਏਗਾ ਕਿ ਮੁੜ ਕੇ ਕਿਸੇ ਭੁੱਖ ਦਾ ਜ਼ਿਕਰ ਜੀਵਨ ਦੇ ਵਿੱਚ ਰਹੇਗਾ ਨਹੀਂ। ਇੰਨੀ ਜ਼ਿਆਦਾ ਵਡਿਆਈ ਮਿਲੇਗੀ ਕਿ ਮੁੜ ਕੇ ਕਿਸੇ ਦੂਜੇ ਦਰ 'ਤੇ ਜਾਣਾ ਹੀ ਨਹੀਂ ਪਏਗਾ। ਇਸ ਕਰਕੇ ਆਖਦੇ ਹਨ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਕਿ ਅਕਾਲ ਪੁਰਖ ਗੁਰੂ ਸਰੂਪ ਨੇ ਪ੍ਰਕਾਸ਼ ਆਪ ਕੀਤਾ ਹੈ। ਅਸੀਂ ਉਹਦੀ ਮੁਬਾਰਕ ਸ਼ਰਨ ਨਾ ਜਾ ਕੇ ਨਾਮ ਅੰਮ੍ਰਿਤ ਨੂੰ ਨਾ ਗ੍ਰਹਿਣ ਕਰਕੇ ਐਵੇਂ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਖਾਈ ਜਾ ਰਹੇ ਸਾਂ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਕਿ ਜਿਹੜੀ ਮਾਇਆ ਦੇ ਮੋਹ ਨੇ ਸਥੂਲ ਕਰਕੇ ਸੂਖਸ਼ਮ ਕਰਕੇ ਸਾਨੂੰ ਆਪਣੇ ਮੋਹ ਦੇ ਵਿੱਚ ਪਾਇਆ ਹੋਇਆ ਸੀ, ਅਤੇ ਆਪਣੀ ਪਤਨੀ ਪੁੱਤਰ ਦੀ ਮੋਹ ਦੇ ਵਿੱਚ ਪੈ ਕੇ ਜਿਹੜਾ ਭਰਮ ਵਿੱਚ ਉਹਨਾਂ ਨੂੰ ਸਦੀਵ ਮੰਨ ਕੇ ਭੁੱਲੇ ਹੋਏ ਸਾਂ। ਕਹਿੰਦੇ ਸਾਡੀ ਪ੍ਰੀਤ ਧਨ ਪਦਾਰਥ ਦੇ ਨਾਲ, ਪਤੀ ਪਤਨੀ ਦੇ ਪੁੱਤਰ ਦੇ ਮੋਹ ਵਿੱਚ ਜੋ ਲੱਗੀ ਹੋਈ ਸੀ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਤਾਂ ਜ਼ਿਕਰ ਕਰਦੇ ਹਨ ਕਿ ਇਸ ਤਰ੍ਹਾਂ ਦਾ ਸਾਡਾ ਗੁਰੂ ਸਾਹਿਬ ਜੀ ਪਹਿਲਾਂ ਜੀਵਨ ਸੀ। ਫਿਰ ਬੜੇ, ਕਿਉਂਕਿ ਹੁਣ ਭੱਟ ਭਿੱਖਾ ਜੀ ਨੇ ਵੀ ਜ਼ਿਕਰ ਕੀਤਾ ਸੀ, ਬਰਸ ਏਕ ਹਉ ਫਿਰਿਓ ਕਿਨੈ ਨਹੁ ਪਰਚਉ ਲਾਇਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਜੋਗੀ ਜੰਗਮ ਸੰਨਿਆਸੀਆਂ ਦੇ ਵਿੱਚ ਭਰਮਦੇ ਰਹੇ। ਫਿਰ ਇੱਕ ਐਸਾ ਉੱਤਮ ਪੰਥ ਲੱਭਿਆ ਜਿਹੜਾ ਗ੍ਰਸਥ ਵਿੱਚ ਰਹਿ ਕੇ ਮਾਲਕ ਦੀ ਪ੍ਰਾਪਤੀ ਕਰਾਉਂਦਾ ਹੈ, ਜਿਹੜਾ ਆਪਣੇ ਸ਼ਬਦ ਦੇ ਪ੍ਰਕਾਸ਼ ਨਾਲ ਅਗਿਆਨ ਮੇਟ ਕੇ ਸਤ ਸਰੂਪ ਦਾ ਅਨੁਭਵ ਕਰਾਉਂਦਾ। ਕਹਿੰਦੇ ਸੁਨਿਓ ਗੁਰ ਸੰਗਤ। ਹੁਣ ਭੱਟ ਸਾਹਿਬਾਨ ਕਾਸ਼ੀ ਤੋਂ ਆਏ ਸਨ, ਜੇ ਉਹ ਚੱਲਦਿਆਂ ਚੱਲਦਿਆਂ ਗੋਇੰਦਵਾਲ ਸਾਹਿਬ ਪੁੱਜੇ ਸਨ ਤਾਂ ਉਹਦਾ ਭਾਵ, ਉਹਦਾ ਮਾਧਿਅਮ ਕੀ ਸੀ? ਗੁਰ ਸੰਗਤ, ਜਿਹੜੀ ਗੁਰੂ ਨਾਨਕ ਨੇ ਧਰਮਸ਼ਾਲਾਵਾਂ ਕਾਇਮ ਕੀਤੀਆਂ ਸਨ। ਜਦੋਂ ਉੱਥੋਂ ਚੱਲਦਿਆਂ ਚੱਲਦਿਆਂ ਭੱਟ ਸਾਹਿਬਾਨਾਂ ਨੇ ਜੀਵਨ ਜ਼ਿਕਰ ਕੀਤਾ ਤਾਂ ਕਹਿੰਦੇ ਆਪ ਜੀ ਦੀ ਮੁਬਾਰਕ ਸ਼ਰਨ ਆਏ, ਤੇ ਮਿਲੰਤ ਜਮ ਤਰਾਸ ਮਿਟਾਈ, ਤੇ ਤੁਹਾਨੂੰ ਮਿਲਦਿਆਂ ਹੀ ਸਾਰੇ ਜਮਾਂ ਦੇ ਭਾਵ ਨਾਸ਼ ਹੋ ਗਏ ਹਨ। ਇੱਕ ਅਰਦਾਸ ਭਾਟ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਤਾਂ ਭੱਟ ਸਾਹਿਬਾਨ ਜੀ, ਭੱਟ ਕੀਰਤ ਜੀ ਜ਼ਿਕਰ ਕਰਦੇ ਹਨ ਕਿ ਸਾਡੀ ਇੱਕ ਅਰਦਾਸ ਹੈ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਮੁਬਾਰਕ ਚਰਨਾਂ 'ਤੇ, ਕਿ ਅਸੀਂ ਵਿਸ਼ਿਆਂ ਦੀ ਜ਼ਹਿਰ ਖਾ ਰਹੇ ਹਾਂ, ਪੁੱਤਰ ਧੀ ਪਦਾਰਥ ਦੇ ਮੋਹ ਵਿੱਚ ਭੁੱਲੇ ਭਟਕੇ ਹਾਂ। ਤੁਹਾਡੀ ਸ਼ਰਨ ਆਇਆਂ, ਕਿਰਪਾ ਕਰਕੇ ਸਾਨੂੰ ਇਸ ਸਾਰੇ ਉਪਰੋਕਤ ਭਾਵ ਤੋਂ ਰੱਖਿਆ ਕਰਕੇ ਨਵਾਜ਼ਿਸ਼ ਕਰੋ। ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਹੁਣ ਗੁਰੂ ਸਾਹਿਬ ਜੀ ਦੀ ਪਰਮ ਸੂਰਬੀਰਤਾ ਦਾ ਜ਼ਿਕਰ ਕਰਦੇ ਹਨ ਕਿ ਗੁਰੂ ਸਾਹਿਬ ਜੀ ਜਿਹੜਾ ਸੰਸਾਰ ਨੂੰ ਜੀਵਨ ਮਨੋਰਥ ਤੋਂ ਭਟਕਾਉਣ ਵਾਲਾ ਧਨ ਪਦਾਰਥ ਦਾ ਮੋਹ ਹੈ, ਆਪ ਜੀ ਨੇ ਉਹਨੂੰ ਬੇਵੱਸ ਕਰ ਦਿੱਤਾ ਹੈ। ਕਾਮ ਗਹਿ ਕੇਸ ਪਛਾੜਿਓ, ਤੇ ਜਿਸ ਕਾਮ ਦੀ ਭਟਕਣ ਸਾਰੇ ਸੰਸਾਰ ਨੂੰ ਰਸਾਤਲ ਵੱਲ ਲੈ ਜਾਂਦੀ ਹੈ, ਆਪ ਜੀ ਨੇ ਉਸ ਕਾਮ ਦੇ ਪ੍ਰਭਾਵ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਹੈ। ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ। ਤੇ ਜਿਸ ਕ੍ਰੋਧ ਕਰਕੇ ਸੰਸਾਰ ਵਿੱਚ ਕਰੂਰਤਾ, ਹਿੰਸਾ ਤੇ ਅਧਰਮ ਤੇ ਅਤਿਆਚਾਰ ਫੈਲਦਾ ਹੈ, ਆਪ ਜੀ ਨੇ ਉਸ ਨੂੰ ਖੰਡ ਖੰਡ ਭਾਵ ਟੁਕੜੇ ਟੁਕੜੇ ਕਰ ਦਿੱਤਾ ਹੈ, ਤੇ ਲੋਭ ਦੀ ਨਰਾਦਰੀ ਕਰਕੇ ਉਹਨੂੰ ਦੂਰ ਭਜਾ ਦਿੱਤਾ ਹੈ। ਜਨਮ ਕਾਲ ਕਰ ਜੋੜ ਹੁਕਮ, ਜੋ ਹੋਏ ਸੋ ਮੰਨੈ। ਤਾਂ ਗੁਰੂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਜਨਮ ਕਾਲ ਕਰ ਜੋੜ। ਜਨਮ ਕਾਲ ਦਾ ਭਾਵ ਕਿ ਇੱਕ ਸੰਸਾਰ ਦੀ ਰਚਨਾ ਜੰਮਣ ਅਤੇ ਮਰਨ ਕਰਕੇ ਬਣਦੀ ਹੈ। ਜਨਮ ਅਤੇ ਕਾਲ ਦੋਵੇਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹਨ। ਜੋ ਹੋਏ ਸੋ ਹੁਕਮ, ਜੋ ਹੋਏ ਸੋ ਮੰਨੈ, ਕਿ ਜੋ ਆਪ ਜੀ ਦਾ ਹੁਕਮ ਹੁੰਦਾ ਉਹ ਮੰਨਦੇ ਹਨ। ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ, ਕਿ ਇਸ ਸੰਸਾਰ ਤੋਂ ਨਿਰੰਕਾਰ ਦੇ ਮਾਰਗ ਤੱਕ ਆਪ ਜੀ ਨੇ ਐਸਾ ਭਗਤੀ ਰੂਪ ਪੁੱਲ ਬਣਾਇਆ ਹੈ, ਅਤੇ ਸਿੱਖਾਂ ਨੂੰ ਤਾਰ ਕੇ ਆਪ ਜੀ ਬੜਾ ਪ੍ਰਸੰਨ ਕਰਦੇ ਹੋ। ਸਿਰ ਆ ਤਪਤ ਸੱਚਾਓ ਤਖਤ, ਜੋਗ ਭੋਗ ਸੰਜੁਤ ਬਲ। ਤਾਂ ਆਖਦੇ ਹਨ ਆਪ ਜੀ ਦੇ ਸਿਰ ਉੱਪਰ ਭਗਤੀ ਦਾ ਛਤਰ ਝੂਲਦਾ ਹੈ। ਤੁਹਾਡਾ ਤਖਤ ਸਦੀਵ ਸੱਚ ਹੈ। ਜੋਗ ਭੋਗ ਸੰਜੁਤ ਬਲ, ਭਾਵ ਕਿ ਇਸ ਭੋਗਾਂ ਦੇ ਵਿੱਚ ਲੱਗੇ ਹੋਏ ਸੰਸਾਰ ਨੂੰ ਆਪਣੇ ਬਲ ਦੇ ਨਾਲ ਜੋਗ
ਭਾਵ ਕਿ ਪਰਮੇਸ਼ਰ ਨਾਲ ਜੁੜਨ ਦਾ ਮਾਰਗ ਦਿਖਾਲਦੇ ਹੋ। ਗੁਰ ਰਾਮਦਾਸ ਸੱਚ ਸਲ ਭਾਣ ਤੂੰ ਅਟਲ ਰਾਜ ਅਭਗ ਦਲ। ਤਾਂ ਪਾਠਸ਼ਾਲਾ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਅਧਿਆਤਮਕ ਰਾਜ ਸਦਾ ਅਟਲ ਹੈ। ਅਭਗ ਦਲ ਤੇ ਜਿਤਨੀ ਆਪ ਜੀ ਦੇ ਰਾਜ ਦੀ ਸੱਤਾ ਹੈ, ਭਾਵ ਕਿ ਜਿੰਨੇ ਗੁਰਸਿੱਖਾਂ ਦੀ ਸੰਗਤ ਹੈ ਉਹ ਇੰਨੀ ਜ਼ਿਆਦਾ ਮਾਇਆ ਤੋਂ ਨਿਰਲੇਪ ਹੈ ਕਿ ਕੋਈ ਉਸ ਨੂੰ ਖੁਆਰ ਨਹੀਂ ਕਰ ਸਕਦਾ ਹੈ। ਅੰਤਮ ਸਵਈਏ ਦੇ ਵਿੱਚ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਤੂੰ ਸਤਿਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ। ਤਾਂ ਭੱਟ ਸਾਹਿਬਾਨ ਜੀ ਫਿਰ ਦ੍ਰਿੜਤਾ ਨਾਲ ਸਾਨੂੰ ਨਿਸ਼ਚਾ ਕਰਵਾਉਂਦੇ ਹਨ, ਤੂੰ ਸਤਿਗੁਰ ਚਾਹੋ ਜੁਗੀ। ਜਿਵੇਂ ਭੱਟ ਕੱਲ੍ਹ ਸਹਾਰ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਫਰਮਾਇਆ ਸੀ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਭੱਟ ਸੱਲ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਚੌਵਾਂ ਯੁੱਗਾਂ ਦੇ ਵਿੱਚ ਵਿਆਪਕ ਹੋਏ ਹੋ। ਆਪ ਆਪੇ ਪਰਮੇਸ਼ਰ ਆਪਣੀ ਕਲਾ ਧਾਰ ਕਰਕੇ ਪਰਮੇਸ਼ਰ ਦਾ ਪਰਮ ਸਰੂਪ ਹੋ ਕੇ ਆਪ ਹੀ ਪ੍ਰਗਟਦੇ ਹੋ। ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰੋਂ ਧੁਰ। ਤਾਂ ਹੁਣ ਅੱਗੇ ਜਦੋਂ ਇਤਿਹਾਸ ਦਾ ਇੱਕ ਵਰਣਨ ਚੱਲਦਾ ਸੀ, ਉਹਦੇ ਵਿੱਚ ਕਈ ਐਸੇ ਨੁਕਤੇ ਸਪਸ਼ਟ ਹੋਏ ਸਨ ਕਿ ਜਿਹੜੇ ਦੁਬਾਰਾ ਕਈ ਵਾਰੀ ਜ਼ਿਕਰ 'ਚ ਨਹੀਂ ਆਉਂਦੇ। ਜ਼ਿਕਰ ਆਇਆ ਕਿ ਜਿਵੇਂ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਸੇਵ ਕਰਕੇ ਮਾਣ ਪਾਇਆ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਜਿਹੜੇ ਸੁਰ ਨਰ ਦੇਵਤੇ ਸਿੱਧ ਸਾਧਕ ਲੋਕ ਧੁਰੋਂ ਭਾਵ ਜਦੋਂ ਤੋਂ ਸ੍ਰਿਸ਼ਟੀ ਆਰੰਭ ਹੋਈ ਹੈ ਉਦੋਂ ਤੋਂ ਆਪ ਦੇ ਸਰੂਪ ਨੂੰ ਆਰਾਧਦੇ ਆਏ ਹਨ, ਉਹ ਵੀ ਹੁਣ ਤੁਹਾਡੇ ਸਹਿਤ ਮਾਣ ਪਾਉਂਦੇ ਹਨ। ਭਾਵ ਕਿ ਧੁਰ ਤੋਂ ਚੱਲਣ ਵਾਲੇ ਭਗਤਾਂ ਨੂੰ ਆਪ ਜੀ ਨਾਲ ਲੈ ਕੇ ਉਹਨਾਂ ਦੀ ਵਡਿਆਈ ਪ੍ਰਗਟ ਕਰਦੇ ਹੋ। ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਲੋਹ। ਕਿ ਆਦਿ ਭਾਵ ਬ੍ਰਹਿਮੰਡ ਦੇ ਆਰੰਭ ਤੋਂ ਵੀ ਪਹਿਲਾਂ ਲੈ ਕੇ ਯੁੱਗਾਂ ਦੇ ਵਿੱਚ ਅਨਾਦੀ ਕਲਾ ਦਾ ਆਪ ਜੀ ਨੇ ਤਿੰਨਾਂ ਲੋਕਾਂ ਵਿੱਚ ਪ੍ਰਕਾਸ਼ ਕੀਤਾ ਹੈ। ਅਗੰਮ ਨਿਗਮ ਉਦਾਹਰਣ ਜਰਾ ਜੰਮਿਆ ਆਰੋਹ। ਤੇ ਅਗਮ ਨਿਗਮ ਦਾ ਭਾਵ ਕਿ ਵੇਦ ਸ਼ਾਸਤਰ ਜਿਸ ਦੀ ਮਹਿਮਾ ਨੂੰ ਕਥਦੇ ਹਨ, ਜਿਹਦੇ ਸਦਕਾ ਉਹਨਾਂ ਦੀ ਕਲਿਆਣ ਹੁੰਦੀ ਹੈ। ਜਰਾ ਦਾ ਭਾਵ ਵਡੇਪਾ, ਜੰਮਿਆ ਆਰੋਹ ਕਿ ਆਪ ਦੇ ਪਰਮ ਸਰੂਪ ਦੇ ਨਾਲ ਜਿਹੜਾ ਬੁਢਾਪੇ ਦਾ ਭਾਵ ਕਿ ਕਾਲ ਦਾ ਦੁੱਖ ਨਾਸ਼ ਹੋ ਜਾਂਦਾ ਹੈ, ਜਿਸ ਪਰਮ ਸਰੂਪ ਦਾ ਆਪ ਜੀ ਦਾ ਪ੍ਰਕਾਸ਼ ਹੈ। ਗੁਰੂ ਰਾਮਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ। ਤਾਂ ਹੁਣ ਜ਼ਿਕਰ ਆ, ਇੱਕ ਸ਼ਬਦ ਹੁੰਦਾ ਥਾਪਿਓ, ਇੱਕ ਹੁੰਦਾ ਥੱਪਿਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਗੁਰ ਅਮਰਦਾਸ ਥਿਰ ਥੱਪਿਓ ਕਿ ਜਿਹੜਾ ਗੁਰੂ ਨਾਨਕ ਦਾ ਸਿੰਘਾਸਣ ਭਗਤੀ ਕਰਕੇ ਗਿਆਨ ਕਰਕੇ ਸ਼ਬਦ ਦੇ ਪ੍ਰਕਾਸ਼ ਕਰਕੇ ਸਦਾ ਥਿਰ ਰਹਿਣਾ ਹੈ। ਥੱਪਿਓ ਭਾਵ ਜੀ ਆਪ ਜੀ ਨੇ ਇਤਨੀ ਅਮੋਲਕ ਸਾਧਨਾ ਕੀਤੀ ਕਿ ਉਹ ਸਾਰਾ ਸਿੰਘਾਸਣ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਨੂੰ ਥਾਪ ਦਿੱਤਾ। ਪਰਗਾਮੀ ਤਾਰਨ ਤਰਨ। ਪਰਗਾਮੀ ਦਾ ਭਾਵ ਜਿਹੜਾ ਸੰਸਾਰ ਤੋਂ ਪਰਾਂ ਵੀ ਹੋਵੇ, ਬ੍ਰਹਿਮੰਡ ਤੋਂ ਵੀ ਪਰਾਂ ਹੋਵੇ। ਕਹਿੰਦੇ ਆਪ ਜੀ ਐਸੇ ਤਰਨ ਤਾਰਨ ਸਮਰੱਥ ਹੋ, ਅਗ ਅੰਤਕ ਬਦੈ ਨ ਸਲ ਕਵ। ਗੁਰ ਰਾਮਦਾਸ ਤੇਰੀ ਸਰਣ। ਤਾਂ ਭੱਟ ਸੱਲ ਜੀ ਜ਼ਿਕਰ ਕਰਦੇ ਹਨ ਅੰਤਮ ਸਵਈਏ ਦੀ ਅੰਤਮ ਪੰਕਤੀ ਦੇ ਵਿੱਚ ਕਿ ਗੁਰੂ ਰਾਮਦਾਸ ਸਾਹਿਬ ਜੀ ਅਗ ਦਾ ਭਾਵ ਪਾਪ, ਅੰਤਕ ਦਾ ਭਾਵ ਦੁੱਖ ਆਦਿ ਜਮ ਆਦਿਕ। ਕਹਿੰਦੇ ਜਿਨ੍ਹਾਂ ਨੇ ਆਪ ਜੀ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਨੂੰ ਦੁੱਖ ਪਾਪ ਤੇ ਜਮ ਕੀ ਆਖ ਸਕਦੇ ਹਨ, ਭਾਵ ਕਿ ਉਹਨਾਂ ਦੇ ਨਿਕਟ ਵੀ ਨਹੀਂ ਆਉਂਦੇ ਹਨ। ਇਸ ਪ੍ਰਕਾਰ ਭੱਟ ਸਾਹਿਬਾਨ ਜੀ ਪੂਰੇ 60 ਸਵਈਆਂ ਦੇ ਰੂਪ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਗੋਚਰ ਪਾਰ ਬ੍ਰਹਮ ਪਰਮੇਸ਼ਰ ਸਰੂਪ ਦੀ ਸਿਫਤ ਕਰਕੇ ਸਾਨੂੰ ਨਿਵਾਜਿਸ਼ ਕਰਦੇ ਹਨ। ਬੜੇ ਕਮਾਲ ਦੇ ਸਿਫਤ ਭਰੇ, ਭਗਤੀ ਭਰੇ, ਜਗਿਆਸਾ ਭਰੇ, ਅਨੁਭਵ ਭਰੇ ਭੱਟ ਸਾਹਿਬਾਨਾਂ ਨੇ ਵਾਕ ਕਹੇ ਹਨ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਭਰੇ। ਇਸੇ ਤਰ੍ਹਾਂ ਜ਼ਿਕਰ ਕੀਤਾ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਇਸੇ ਤਰ੍ਹਾਂ ਜ਼ਿਕਰ ਕੀਤਾ ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਅਤੇ ਨਾਲ ਹੀ ਸਾਨੂੰ ਉਹਨਾਂ ਦੇ ਚਰਨਾਂ ਦਾ ਵਿਸ਼ਵਾਸ ਵੀ ਦ੍ਰਿੜ ਕਰਵਾਇਆ ਕਿ ਤਾਹੇ ਕਹਾਂ ਪਰਵਾਹ ਕਾਹੂੰ ਕੀ ਜਾਂ ਕੈ ਬਸੀਸ ਧਰਿਓ ਗੁਰ ਹੱਥ।
ਕਿ ਜਾਂ ਉਹਨਾਂ ਦੀ ਮੁਬਾਰਕ ਸ਼ਰਨ ਜਾ ਕੇ ਕਿਵੇਂ ਕਲਿਆਣ ਹੁੰਦਾ ਹੈ। ਇਹ ਸਾਰੇ ਭੱਟ ਸਾਹਿਬਾਨਾਂ ਨੇ, 7 ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਗੋਚਰ ਸਰੂਪ ਦੀ 60 ਸਵਈਆਂ ਦੇ ਰੂਪ ਵਿੱਚ ਸਿਫਤ ਉਚਾਰੀ ਹੈ, ਜਿਨ੍ਹਾਂ ਦੇ ਵਿੱਚ ਭੱਟ ਕਲ ਸਹਾਰ ਜੀ ਦੇ 13, ਭੱਟ ਨਲ ਜੀ ਦੇ 16 ਅਤੇ ਭੱਟ ਗਯੰਦ ਜੀ ਦੇ 13, ਭੱਟ ਕੀਰਤ ਜੀ ਦੇ 4, ਇਸੇ ਤਰ੍ਹਾਂ ਭੱਟ ਬਲ ਜੀ ਦੇ 7, ਭੱਟ ਨਲ ਜੀ ਦੇ, ਇਸ ਤਰ੍ਹਾਂ ਕੁੱਲ ਮਿਲਾ ਕੇ 60 ਸਵਈਆਂ ਦੇ ਵਿੱਚ 7 ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਗੋਚਰ ਸਰੂਪ ਦੀ ਸਿਫਤ ਸਲਾਹ ਦਾ ਉਚਾਰਨ ਕੀਤਾ ਹੈ। ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਜੋ ਗੁਰੂ ਰਾਮਦਾਸ ਸਾਹਿਬ ਜੀ ਪ੍ਰਤੀ ਉਚਾਰੀ ਹੈ, ਤਿਸ ਦੀ ਪਾਵਨ ਵਿਚਾਰ ਰੱਖਦਿਆਂ ਆਪ ਦੇ ਸਨਮੁਖ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਸਤਿਗੁਰੂ ਕਿਰਪਾ ਕਰਨ, ਸਾਡੀ ਸੁਰਤ, ਸਾਡੀ ਭਾਵਨਾ, ਸਾਡੀ ਪ੍ਰੀਤ ਉਚੇਰੀ ਹੋਵੇ ਅਤੇ ਗੁਰੂ ਕੇ ਅਗਮ ਨਿਗਮ ਸਰੂਪ ਦੀ ਕਿਰਪਾ ਨੂੰ ਮਾਣ ਕੇ ਆਪਣਾ ਜੀਵਨ ਸਫਲਾ ਕਰੀਏ ਜੀ। ਪਾਵਨ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਆਓ ਅੰਤਮ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਤਰਫ ਵਧੀਏ ਜੀ। ਗੁਰ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਣ, ਅਗ ਅੰਤਕ ਬਦੈ ਨ ਸਲ ਕਵ, ਗੁਰ ਰਾਮਦਾਸ ਤੇਰੀ ਸਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ